'ਤੇ ਇਹਨੂੰ ਲਿਖਣਾ ਵੀ ਆਰੰਭ ਕੀਤਾ ਸੀ। ਅਤੇ ਗੁਰੂ ਪਿਆਰਿਓ, ਜੋ ਲਿਖਣਾ ਆਰੰਭ ਕੀਤਾ ਸੀ ਉਹ ਪਾਵਨ ਬਾਣੀ ਇੱਕ ਕਿਤਾਬ ਦੇ ਅੰਦਰ, ਇੱਕ ਬੁੱਕ ਦੇ ਅੰਦਰ, ਇੱਕ ਨੋਟਬੁੱਕ ਦੇ ਅੰਦਰ ਗੁਰੂ ਪਾਤਸ਼ਾਹ ਜੀ ਮਹਾਰਾਜ ਨਾਲ ਨਾਲ ਉਸ ਨੂੰ ਲਿਖੀ ਗਏ। ਅਤੇ ਹੋਇਆ ਕਿ ਇਹ ਪਵਿੱਤਰ ਬਾਣੀ ਦਾ ਇਕੱਠ ਜਿਹੜਾ ਸੀ, ਸਤਿਗੁਰਾਂ ਨੇ ਆਪਣੀ ਉਚਾਰਨ ਕੀਤੀ ਪਾਵਨ ਬਾਣੀ, ਅਤੇ ਜਿੱਥੇ ਜਿੱਥੇ ਗੁਰੂ ਪਾਤਸ਼ਾਹ ਗਏ ਨੇ, ਭਗਤਾਂ ਨੂੰ ਮਿਲੇ ਨੇ, ਚਾਹੇ ਬਾਬਾ ਫਰੀਦ ਜੀ ਦੇ ਕੋਲ ਪਾਕ ਪਟਨ ਗਏ, ਚਾਹੇ ਉਹ ਕਾਂਸ਼ੀ ਦੇ ਅੰਦਰ ਭਗਤ ਕਬੀਰ ਜੀ ਨੂੰ ਮਿਲੇ ਨੇ, ਭਗਤ ਰਵਿਦਾਸ ਜੀ ਨੂੰ ਮਿਲੇ ਨੇ, ਹੋਰਨਾਂ ਭਗਤਾਂ ਨੂੰ, ਧੰਨਾ ਜੱਟ ਆਦਿ ਜਿੱਥੇ ਜਿੱਥੇ ਵੀ ਗੁਰੂ ਪਾਤਸ਼ਾਹ ਨੇ ਭਗਤਾਂ ਨਾਲ ਮੇਲ ਹੋਇਆ, ਉਹਨਾਂ ਦੇ ਪਵਿੱਤਰ ਪਾਵਨ ਬਚਨਾਂ ਨੂੰ ਸਤਿਗੁਰਾਂ ਨੇ ਪੜ੍ਹਿਆ, ਸੁਣਿਆ ਅਤੇ ਵਿਚਾਰਿਆ। ਔਰ ਜੇ ਗੁਰਮਤ ਦਾ ਉਪਦੇਸ਼ ਮਿਲਦਾ ਸੀ ਉਹ ਆਪਣੇ ਕੋਲ ਨੋਟ ਕਰ ਲਿਆ। ਹੁਣ ਹੋਇਆ ਕਿ ਕਿਉਂ ਉਦਾਸੀਆਂ ਦੇ ਅੰਦਰ ਸਤਿਗੁਰਾਂ ਦੀ ਆਪਣੀ ਪਾਵਨ ਬਾਣੀ ਅਤੇ ਭਗਤਾਂ ਦੀ ਪਾਵਨ ਬਾਣੀ ਜਿਹੜੀ ਸੀ ਉਹ ਉਹਨਾਂ ਨੇ ਆਪਣੀ ਨੋਟਬੁੱਕ ਵਿੱਚ ਜੋ ਕਿ ਇਕੱਠੀ ਕਰ ਲਈ। ਸਮਾਂ ਬਣਿਆ, ਗੁਰੂ ਅੰਗਦ ਦੇਵ ਪਾਤਸ਼ਾਹ ਭਾਈ ਲਹਿਣਾ ਜੀ ਸਤਿਗੁਰਾਂ ਦੀ ਸੇਵਾ ਵਿੱਚ ਹਾਜ਼ਰ ਹੋਏ ਨੇ ਲਗਾਤਾਰ, ਜਿਨ੍ਹਾਂ ਨੇ 7 ਸਾਲ ਸੇਵਾ ਕੀਤੀ। ਔਰ ਹੋਇਆ ਕਿ ਉਹ ਸੇਵਾ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਪ੍ਰਸੰਨ ਚਿੱਤ ਹੋਏ, ਔਰ ਉਸ ਵਕਤ ਸਤਿਗੁਰਾਂ ਪਰਖ ਕਰਕੇ ਅਤੇ ਭਾਈ ਲਹਿਣਾ ਜੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਦੋਵੇਂ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਅਤੇ ਸੰਗਤਾਂ ਨੂੰ ਖੁੱਲ੍ਹੇ ਤੌਰ 'ਤੇ ਪਰਖਿਆ। ਔਰ ਉਹਨਾਂ ਵਿੱਚੋਂ ਜੇ ਸਫਲ ਹੋਏ ਨੇ, ਪ੍ਰਵਾਨ ਹੋਏ ਨੇ, ਅਤੇ ਭਾਈ ਲਹਿਣਾ ਜੀ ਪ੍ਰਵਾਨ ਹੋਏ ਨੇ, ਜਿਨ੍ਹਾਂ ਨੂੰ ਆਪਣੀ ਥਾਂ 'ਤੇ ਗੁਰਤਾ ਗੱਦੀ ਦਿੱਤੀ। ਔਰ ਜਦੋਂ ਗੁਰਤਾ ਗੱਦੀ 'ਤੇ ਸਭਾਇਮਾਨ ਹੋਏ ਨੇ ਅਤੇ ਹੋਇਆ ਕਿ ਉਹ ਪਾਵਨ ਬਾਣੀ ਉਹਨਾਂ ਨੇ ਵੀ ਆਪਣੇ ਸਮੇਂ 'ਚ ਉਚਾਰਨ ਕੀਤੀ। ਔਰ 62 ਸਲੋਕ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੇ ਵੀ ਉਸੇ ਹੀ ਨੋਟਬੁੱਕ ਵਿੱਚ ਜਿਹੜੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਆਪਣੀ ਬਾਣੀ ਦੀ ਉਚਾਰਨ ਕੀਤੀ ਹੋਈ ਸੀ ਉਹਦੇ ਵਿੱਚ ਲਿਖ ਦਿੱਤੇ। ਇਸ ਤਰ੍ਹਾਂ ਸਮਾਂ ਬਣਿਆ ਅਤੇ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਅੰਤਮ ਸਮੇਂ ਜੋ ਕਿ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਸਨ, ਬਾਬਾ ਅਮਰਦਾਸ ਜੀ ਮਹਾਰਾਜ, ਬਾਬਾ ਅਮਰਦਾਸ ਦੀ ਸੇਵਾ 'ਤੇ ਪ੍ਰਸੰਨ ਹੋ ਕੇ ਅਤੇ ਉਹਨਾਂ ਨੂੰ ਗੁਰਤਾ ਗੱਦੀ ਦੇਣੀ ਕੀਤੀ। ਜਦੋਂ ਗੁਰਤਾ ਗੱਦੀ ਦਿੱਤੀ ਅਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਵਾਲੀ ਪਾਵਨ ਬਾਣੀ ਅਤੇ ਆਪਣੇ ਉਚਾਰਨ ਕੀਤੇ 62 ਸਲੋਕ ਜਿਹੜੇ ਸਨ ਉਹ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਨੂੰ ਦੇ ਦਿੱਤੇ। ਅਤੇ ਗੁਰੂ ਪਿਆਰਿਓ, ਇੱਕ ਜਿਵੇਂ ਇੱਕ ਰਾਜਾ ਆਪਣੇ ਤਖ਼ਤ 'ਤੇ ਕਿਸੇ ਨੂੰ ਅੱਗੇ ਨੀਅਤ ਕਰਦਾ, ਬਿਠਾਉਂਦਾ ਹੈ, ਅਤੇ ਕੀ ਹੁੰਦਾ ਹੈ, ਉਹ ਰਾਜ ਭਾਗ ਆਪਣੇ ਸਾਹਿਬਜ਼ਾਦੇ ਨੂੰ, ਰਾਜਕੁਮਾਰ ਨੂੰ, ਜਾਂ ਜਿਹਦੀ ਚੋਣ ਕੀਤੀ ਗਈ ਉਹਨੂੰ ਦੇ ਦਿੰਦੇ। ਹੁਣ ਸਮੁੱਚਾ ਰਾਜ ਭਾਗ ਦਾ ਉਹ ਮਾਲਕ ਬਣ ਜਾਂਦਾ, ਜਿਹਨੂੰ ਅੱਜ ਗੱਦੀ ਦਿੱਤੀ ਗਈ। ਫਿਰ ਉਹ ਫੌਜਾਂ ਦਾ ਵੀ ਮਾਲਕ, ਰਾਜ ਦਾ ਵੀ ਮਾਲਕ, ਖਜ਼ਾਨੇ ਦਾ ਵੀ ਮਾਲਕ ਬਣ ਜਾਂਦਾ। ਇੱਦਾਂ ਹੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜਿਹਨਾਂ ਗੁਰਤਾ ਗੱਦੀ 'ਤੇ ਭਾਈ ਲਹਿਣਾ ਜੀ ਨੂੰ ਦਿੱਤੀ, ਨਾਲ ਆਪਣੀ ਪਾਵਨ ਬਾਣੀ ਦਾ ਖਜ਼ਾਨਾ ਵੀ ਦੇ ਦਿੱਤਾ। ਉਸੇ ਤਰ੍ਹਾਂ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਅਤੇ ਆਪਣੀ ਪਾਵਨ ਬਾਣੀ ਬਾਬਾ ਅਮਰਦਾਸ ਜੀ ਨੂੰ ਦੇ ਦਿੱਤੀ। ਬਾਬਾ ਅਮਰਦਾਸ ਜੀ ਮਹਾਰਾਜ ਨੇ ਸਮਾਂ ਜਿਹੜਾ ਕਿ 22 ਸਾਲ ਦਾ ਇਸ ਗੱਦੀ 'ਤੇ ਬੈਠ ਕੇ ਮਹਾਨ ਸੇਵਾ ਕੀਤੀ। ਉਮਰਾਂ ਇਸ ਵਕਤ ਜਿਹੜੀ ਹੈ ਜੋ ਬਹੁਤ ਲੰਬੀ ਹੋ ਗਈ। 62 ਸਾਲ ਦੀ ਉਮਰਾਂ ਵਿੱਚ ਗੁਰੂ ਅੰਗਦ ਦੇਵ ਪਾਤਸ਼ਾਹ ਸੇਵਾ ਵਿੱਚ ਹਾਜ਼ਰ ਹੋਏ ਨੇ। 12 ਸਾਲ ਲਗਾਤਾਰ ਸੇਵਾ ਕਰਨ ਤੋਂ ਬਾਅਦ ਗੁਰਤਾ ਗੱਦੀ ਦੀ ਸੇਵਾ ਪ੍ਰਾਪਤ ਹੋਈ ਹੈ। 74 ਸਾਲ ਦੀ ਉਮਰ ਹੋ ਗਈ ਹੈ। ਹੁਣ ਇਸ ਵਕਤ ਗੁਰਤਾ ਗੱਦੀ ਪ੍ਰਾਪਤ ਹੋਈ। 21 ਸਾਲ ਲਗਾਤਾਰ 22 ਸਾਲ ਗੁਰੂ ਨਾਨਕ ਦੀ ਗੱਦੀ 'ਤੇ ਬੈਠ ਕੇ ਅਤੇ ਗੁਰੂ ਨਾਨਕ ਦੇ ਪੰਥ ਨੂੰ, ਗੁਰੂ ਨਾਨਕ ਦੀ ਸੰਗਤ ਨੂੰ ਸੰਭਾਲਿਆ ਹੈ, ਔਰ ਗੁਰਮਤਿ ਦਾ ਗਿਆਨ ਉਹਨਾਂ ਨੂੰ ਪ੍ਰਦਾਨ ਕੀਤਾ ਹੈ। ਇਹ ਬਖਸ਼ਿਸ਼ ਅਤੇ ਰਹਿਮਤ ਹੋਈ। 95 ਸਾਲ ਦੀ ਉਮਰ 'ਚ ਜੋਤੀ ਜੋਤ ਸਮਾਨ ਤੋਂ ਪਹਿਲਾਂ ਜੋ ਸਤਿਗੁਰੂ ਪਾਤਸ਼ਾਹ ਦੀ ਸੇਵਾ ਵਿੱਚ ਭਾਈ ਜੇਠਾ ਜੀ, ਜੋ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬੇਟੀ ਬੀਬੀ ਭਾਨੀ ਜੀ, ਜਿਨ੍ਹਾਂ ਦਾ ਵਿਆਹ ਉਹਨਾਂ ਦੇ ਨਾਲ ਹੋਇਆ ਸੀ, ਜੋ ਕਿ ਪਰਖ ਕੀਤੀ ਗਈ ਵੱਡੇ ਜਵਾਈ ਦੀ, ਅਤੇ ਛੋਟੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਭਾਈ ਜੇਠਾ ਜੀ ਅਤੇ ਬਾਬਾ ਮੋਹਨ ਜੀ ਅਤੇ ਮਾਮਾ ਬਾਬਾ ਮੋਹਰੀ ਜੀ, ਪਰ ਇਹਦੇ 'ਚ ਸਫਲ ਹੋਏ ਨੇ ਅਤੇ ਭਾਈ ਜੇਠਾ ਜੀ ਸਫਲ ਹੋਏ ਨੇ। ਔਰ ਉਹਨਾਂ ਨੂੰ ਅੰਤਮ ਸਮੇਂ ਗੁਰੂ ਰਾਮਦਾਸ ਪਾਕ ਬਣਾ ਕੇ ਇਹ ਗੁਰਤਾ ਗੱਦੀ ਦਾ ਤਿਲਕ ਬਾਬਾ ਬੁੱਢਾ ਜੀ ਦੇ ਕੋਲੋਂ ਦਵਾ ਦਿੱਤਾ ਗਿਆ। ਤੋ ਗੁਰੂ ਪਿਆਰਿਓ, ਹੁਣ ਅੱਜ ਜੇ ਗੁਰੂ ਅਮਰਦਾਸ ਪਾਤਸ਼ਾਹ ਨੇ ਗੁਰਤਾ ਗੱਦੀ ਭਾਈ ਜੇਠਾ ਜੀ ਨੂੰ, ਜਿਹਨੂੰ ਗੁਰੂ ਰਾਮਦਾਸ ਪਾਤਸ਼ਾਹ ਬਣਾਇਆ ਹੈ, ਇਹ ਗੱਦੀ ਪ੍ਰਦਾਨ ਕੀਤੀ ਹੈ, ਉੱਥੇ ਨਾਲ ਹੀ
अपनी पावन बाणी, गुरु नानक पातशाह की पावन बाणी, गुरु अंगद देव पातशाह पावन बाणी कित्थे दित्ती गई? भाई जेठा जी नूं दित्ती गई जो गुरु रामदास पातशाह बने। हुण एक सोचण वाली गल इत्थे इतिहासक पक्ष जो तुहाडे नाल एक साझा करना चाहना, और बहुत सारा भुलेखा जिहड़ा है वो भी भाव दूर हो जाएगा। आम करके सोचा जाता है कि धन गुरु अर्जन देव पातशाह जी महाराज जिन्हां ने कि ये बाणी दीयां पावन पोथियां गोइंदवाल साहब तो लैके आंदियां किन्ना कोलों? बाबा मोहन जी दे कोल। पर गुरु प्यारिओ, गुरु रामदास जी भाई जेठा जी कित्थे रहिंदे सन? इसे गोइंदवाल विच रहिंदे सन। जो इन्हां नूं गुरु अमरदास पातशाह ने घर बना के अपनी बेटी नूं बीबी भानी नूं अपने जवाई बाबा जेठा जी नूं दिता होया सी। वो जदों कि गुरता गद्दी मिली है ते पावन पोथियां मिलियां ने, वो सिद्धियां अपने घरे लै गए। इत्थों ही गुरु अर्जन देव पातशाह जो पिता का घर है, इत्थों ही वो पोथियां अगे जड़ियां ने वो अपने कोल श्री अमृतसर साहब लै गए। तो गुरु रामदास पातशाह जिन्हां 7 साल सेवा इस गुरता गद्दी ते बैठ के कीती है, अज उन्होंने अपने छोटे बेटे भाई जो कि गुरु अर्जन देव पातशाह नूं गुरता गद्दी प्रदान कर दी है। ते नाल ही पावन बाणी का खजाना जिहड़ा समुची अपनी पावन बाणी दे उन्होंने दे दिता गया। 4 गुरुआं की बाणी जिहड़ी है वो बाबा धन गुरु अर्जन देव पातशाह जी महाराज उन्हों के कोल प्राप्त हो गई। समय के नाल आप भी उन्होंने बड़ी बाणी उचारण की और उन्होंने नाल लिखते गए ने। एक बहुत बड़ा इकट्ठ हो गया। सतगुरु गुरु अर्जन देव पातशाह जो पहलियां पोथियां जो घरे पईयां सन उन्होंने वेख्या विचारिया, गुरु नानक की पवित्र बाणी के दर्शन दारे किए। धन गुरु अंगद देव पातशाह, गुरु अमरदास जी महाराज सत्कारयोग पिता गुरु रामदास जी की पावन बाणी इनू झाती मारी तो की होया? वेख के मन च ख्याल आया, कहते ने पिऊ दादे का खोल डिठा खजाना ता मेरे मन पाया निदाना। एक महान खजाना, एक बाणी का खजाना जो गुरु अर्जन देव पातशाह ने ये दीदार किए, मन च एक ख्याल पैदा होया किहड़ा? ये पावन बाणी जो वख-वख पोथियां दे विच वख-वख गुरुआं दे वल्लों मेरे तो पहलियां ने उचारण कीती है ते मेरे ते कर अपड़ी। भाई इस पावन बाणी की एक जिल्द क्यों ना तैयार कर दी जाए, एक थां ते क्यों ना इकट्ठी कर दी जाए। ये धन गुरु अर्जन देव पातशाह उन्होंने मन के अंदर एक विचार पैदा होया। कुछ ने तो यह भी लिखिया, कहते हैं जदों बाबा पृथ्वी चंद नूं गद्दी ना मिली गुरता गद्दी गुरु अर्जन देव पातशाह ने प्राप्त हुई तो इस गल में आके बड़े नाराज हुए। उन्होंने तो अपने पिता गुरु रामदास जी के नाल कुछ कौड़े बोल भी जड़े सी वो बोलने शुरू कर देते सन। उस दिन जिस दिन गुरु अर्जन देव पातशाह नूं गुरता गद्दी दी गई उस दिन ही उन्होंने बड़े कड़वे बोल जड़े सन गुरु पिता नाल साझे किए बोले। और गुरु पातशाह धन गुरु रामदास जी ने उस लिखिया सी, काहे पूत झगरत हो संग बाप जिनके जने बडेरे तुम हो तिन सो झगरत पाप। है मेरे पुत्रा, जिस अपने पिता का सदका तू अपन संगतां विच गुरु नानक दीयां संगतां विच हरमन प्यारा होया है, तेनू बड़ा प्यार ते सत्कार गुरु नानक दीयां संगतां ने दिता है। पर ऐस तू अपने बाप नाल झगड़ा करदा अपने विचारां दे आधार ते कि गुरता गद्दी मैनूं दित्ती गई। ठीक है, तू सेवा बहुत कीती है, पर तेरे मन के अंदर एक सेवा करके एक भावना बनी सी कि मैं गुरु बनागा। गुरु प्यारिया, तेनू इन्ना पता होना चाहिए है कि गुरता गद्दी ते सेवक की दात है, सेवक नूं मिलनी है। वो सेवा तो कीती है पर मन के अंदर ये भावना रख के कि मैं गुरु बनांगा, अपनी पूजा करावांगा और लोग मैनूं मत्थे टेकणगे, भेटां जड़ियां कि भेंट करनगे। साहब कहंदे नहीं, गुरु अर्जन देव मन में ऐसी भावना कोई नहीं। उन्हां पिता का हुक्म मन्निया और वो संसार वो लाहौर गए ने और कह दिता गया सी, पुत्र जिन्ना चिर असीं बुलाइए ना उन्ना चिर आउणा भी कोई नहीं। तो किन्ना समा साढ़े तो वख भी रहे ने पर हुक्म की उलंघना नहीं की, तुसीं हुक्म की पालना नहीं की और सानूं जवाब दे दिता कि भाई मैं तो गुरु घर की सेवा करदा, मेरे तो बिना कौन काम करेगा। आद आद ये बचन तेरे वल्लों होए। अज असी सेवा वेख के भाई गुरु अर्जन देव पातशाह की उन्होंने गुरता गद्दी दी है,
ਕਿ ਤੂੰ ਇਸ ਗੱਲ ਦਾ ਬਹੁਤ ਮਨ੍ਹ ਕਰ ਰਿਹਾ। ਤੋ ਸਤਿਗੁਰ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਪਾਵਨ ਬਾਣੀ ਜਦੋਂ ਇਹ 71 ਕੀਤੀ ਨੂੰ ਵੇਖਿਆ, ਵਿਚਾਰ ਬਣਿਆ ਕਿ ਬੀੜ ਸਾਹਿਬ ਤਿਆਰ ਕੀਤੀ ਜਾਏ। ਇਧਰ ਪ੍ਰਿਥੀ ਚੰਦ ਨੇ ਕੀ ਕੀਤਾ, ਇਹਨੇ ਵੀ ਆਪਣੇ ਤੌਰ 'ਤੇ ਕੁਝ ਬਾਣੀ ਜਿਹੜੀ ਸੀ, ਬਾਣੀ ਦੇ ਰੂਪ ਵਿੱਚ ਇਹਨੇ ਕੁਝ ਕਵਿਤਾਵਾਂ ਜਿਹਨੂੰ ਆਪਾਂ ਇਹ ਕਹੀਏ ਉਹਦੀ ਆਪਣੀ ਰਚਨਾ ਉਹਨੇ ਰੱਖਣੀ ਸ਼ੁਰੂ ਕਰ ਦਿੱਤੀ। ਇਹਦਾ ਬੇਟਾ ਮਿਹਰਬਾਨ ਜਿਹੜਾ ਹੈ ਉਹ ਵੀ ਬਹੁਤ ਸਾਰੀ ਕਵਿਤਾ ਲਿਖਦਾ ਔਰ ਬਹੁਤ ਸਾਰੀਆਂ ਭਾਸ਼ਾਵਾਂ ਦਾ ਉਹ ਜਾਣੂ ਹੈ। ਸੰਸਕ੍ਰਿਤੀ ਉਹਨੂੰ ਪੜ੍ਹਨੀ ਆਉਂਦੀ, ਸੰਸਕ੍ਰਿਤ, ਫਾਰਸੀ ਉਸ ਨੂੰ ਆਉਂਦੀ ਹੈ, ਹਿੰਦੀ ਉਸ ਨੂੰ ਆਉਂਦੀ ਹੈ ਅਤੇ ਗੁਰਮੁਖੀ ਭਾਸ਼ਾ ਦਾ ਵੀ ਚੰਗਾ ਜਾਣੂ ਹੈ। ਉਹਨੇ ਵੀ ਬਹੁਤ ਸਾਰੀਆਂ ਐਸੀਆਂ ਕਵਿਤਾਵਾਂ ਜਾਂ ਬਾਣੀ ਦੇ ਵੱਲੋਂ ਆਪਣੇ ਰੂਪ ਵਿੱਚ ਸ਼ਬਦਾਂ ਦਾ ਰੂਪ ਦੇਣ ਦਾ ਯਤਨ ਕੀਤਾ। ਹੋਇਆ ਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਪਾਵਨ ਦਰਬਾਰ ਵਿੱਚ ਜੋ ਇਤਿਹਾਸਕਾਰ ਲਿਖਦੇ ਨੇ ਇਹ ਹੁਣ ਬਾਣੀ ਜਿਹੜੀ ਸੀ ਸੰਗਤਾਂ ਪੜ੍ਹਨ ਲੱਗ ਪਈਆਂ ਸਨ, ਕੀਰਤਨ ਕਰਨ ਲੱਗ ਪਈਆਂ ਸਨ। ਕਦੋਂ ਤੋਂ? ਉਦੋਂ ਤੋਂ ਹੀ ਜਦੋਂ ਸੱਤਾ ਅਤੇ ਬਲਵੰਡ ਰੁੱਸ ਗਏ ਸਨ ਅਤੇ ਗੁਰੂ ਪਾਤਸ਼ਾਹ ਨੇ ਕਹਿ ਦਿੱਤਾ ਸੀ, ਆਓ ਗੁਰੂ ਨਾਨਕ ਦੀਆਂ ਪਿਆਰੀਆਂ ਸੰਗਤਾਂ ਬੈਠ ਕੇ ਤੇ ਰਲ ਕੇ ਕੀਰਤਨ ਕਰੋ। ਮਹਾਰਾਜ ਸਾਨੂੰ ਤੇ ਸਾਜ਼ ਨਹੀਂ ਵਜਾਣੇ ਆਉਂਦੇ, ਸਾਨੂੰ ਤੇ ਬਾਣੀ ਚੇਤੇ ਨਹੀਂ ਹੈਗੀ। ਸਾਹਿਬ ਕਹਿਣ ਲੱਗੇ ਕੋਈ ਗੱਲ ਨਹੀਂ, ਬਾਬਾ ਨਾਨਕ ਕਿਰਪਾ ਕਰਨਗੇ ਔਰ ਤੁਸੀਂ ਕੀਰਤਨ ਕਰੋਗੇ। ਦੇਖੋ ਮੈਂ ਤਾਂ ਕਹਿਣਾ ਸੱਤਾ ਬਲਵੰਡ ਰੁੱਸੇ ਨੇ ਅਤੇ ਸਾਡੀ ਕੌਮ ਨੂੰ ਕਿੰਨਾ ਫਾਇਦਾ ਹੋਇਆ ਕਿ ਸਾਡੇ ਬੱਚੇ, ਸਾਡੇ ਵੀਰ, ਸਾਡੇ ਭੈਣ ਭਰਾ ਕੀਰਤਨ ਦੀ ਦਾਤ ਉਹਨਾਂ ਨੂੰ ਮਿਲ ਗਈ ਅਤੇ ਸ਼ਾਇਦ ਉਹ ਨਾ ਰੁੱਸਦੇ ਇਹ ਗੁਰੂ ਪਾਤਸ਼ਾਹ ਦੀ ਦਾਤ ਸਾਡੇ ਤੱਕ ਨਾ ਪਹੁੰਚਦੀ। ਹੁਣ ਹੋਇਆ ਕਿ ਅੱਜ ਗੁਰੂ ਪਾਤਸ਼ਾਹ ਦੇ ਦਰਬਾਰ ਅੰਦਰ ਜਿੱਥੇ ਕਿ ਰਾਗੀ ਕੀਰਤਨ ਕਰਦੇ ਨੇ ਉੱਥੇ ਸੰਗਤਾਂ ਜੀ ਪ੍ਰੇਮੀ ਸੱਜਣ ਕਹਿ ਦਿੰਦੇ ਨੇ, ਪਾਤਸ਼ਾਹ ਇੱਕ ਸ਼ਬਦ ਮੈਂ ਵੀ ਸੰਗਤਾਂ ਨੂੰ ਸੁਣਾਉਣੀ ਚਾਹੁੰਦਾ ਅਤੇ ਕਹਿੰਦੇ ਨੇ ਗੁਰੂ ਪਾਤਸ਼ਾਹ ਉਹਨਾਂ ਨੂੰ ਟਾਈਮ ਦਿੰਦੇ ਨੇ, ਸ਼ਬਦ ਸੁਣਦੇ ਨੇ। ਇੱਕ ਦਿਨ ਦਾ ਵਾਕਿਆ ਇਹ ਵਾਪਰਿਆ, ਕਿਹੜਾ? ਇਹ ਸਤਿਗੁਰਾਂ ਦੇ ਕੋਲ ਇੱਕ ਸਿੱਖ ਨੇ ਬੇਨਤੀ ਕੀਤੀ, ਪਾਤਸ਼ਾਹ ਇੱਕ ਸ਼ਬਦ ਮੈਂ ਸੁਣਾਵਾਂ ਸੰਗਤਾਂ ਨੂੰ। ਸਾਹਿਬ ਕਹਿੰਦੇ ਬੜੀ ਖੁਸ਼ੀ ਦੀ ਗੱਲ ਹੈ, ਸ਼ਬਦ ਸੁਣਾ ਭਾਈ। ਕਿ ਉਹਨੇ ਸ਼ਬਦ ਪੜ੍ਹਿਆ ਅਤੇ ਹੋਇਆ ਕਿ ਗੁਰੂ ਨਾਨਕ ਪਾਤਸ਼ਾਹ ਆਪ ਸਿੰਘਾਸਨ 'ਤੇ ਬੈਠੇ। ਸਿੱਖ ਜਿਹੜਾ ਹੈ ਜਿਹਨੇ ਟਾਈਮ ਲਿਆ, ਇਸੇ ਤਰ੍ਹਾਂ ਜਿਵੇਂ ਕਿ ਸਟੇਜ 'ਤੇ ਭੈਣਾਂ ਸ਼ਬਦ ਪੜ੍ਹ ਕੇ ਗਈਆਂ ਨੇ, ਉਹਨੇ ਵੀ ਉੱਥੇ ਬੈਠ ਕੇ ਸ਼ਬਦ ਪੜ੍ਹ ਦਿੱਤਾ। ਪਰ ਸ਼ਬਦ ਦਾ ਪੂਰਾ ਹੋਣ 'ਤੇ ਗੁਰੂ ਨਾਨਕ ਪਾਤਸ਼ਾਹ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਭਾਈ ਗੁਰਦਾਸ ਨੂੰ ਕੋਲ ਬੁਲਾਇਆ। ਕਹਿਣ ਲੱਗੇ ਭਾਈ ਜੀ ਕੋਈ ਗੱਲ ਵੇਖੀਏ। ਮਹਾਰਾਜ ਕਿਹੜੀ? ਕਹਿੰਦੇ ਹੁਣੇ ਆ ਭਾਈ ਸ਼ਬਦ ਜਿਹੜਾ ਪੜ੍ਹ ਕੇ ਗਿਆ ਹੈ ਇਹ ਕਿਹੜੇ ਗੁਰੂ ਦਾ ਹੈ? ਕਹਿੰਦਾ ਪਾਤਸ਼ਾਹ ਜੀ ਇਉਂ ਲੱਗਦਾ ਹੈ ਇਹਦੇ ਕਿਸੇ ਗੁਰੂ ਦਾ ਉਚਾਰਨ ਨਹੀਂ ਕੀਤਾ ਹੋਇਆ। ਕਹਿੰਦੇ ਬਿਲਕੁਲ ਠੀਕ ਹੈ, ਇਹ ਗੁਰਬਾਣੀ ਨਹੀਂ, ਗੁਰਬਾਣੀ ਉਹ ਹੈ ਜਿਹੜੀ ਗੁਰੂ ਦੇ ਮੁਖ ਤੋਂ ਨਿਕਲੀ ਹੈ। ਆਮ ਮਨੁੱਖ ਕਵਿਤਾ ਲਿਖੇ ਤੇ ਉਹਨੂੰ ਗੁਰਬਾਣੀ ਨਹੀਂ ਕਿਹਾ ਜਾ ਸਕਦਾ। ਅਸੀਂ ਕਹਿ ਦਿੰਦੇ ਹਾਂ ਵੀ ਕਿਸੇ ਨੇ ਕਵਿਤਾ ਪੜ੍ਹੀ ਨਾ ਬੜੀ ਪਿਆਰੀ, ਭਾਈ ਉਹਨੇ ਸ਼ਬਦ ਬੜਾ ਪੜ੍ਹਿਆ ਪਿਆਰਾ, ਆਪਾਂ ਸ਼ਬਦ ਦਾ ਨਾਂ ਦੇ ਦਿੰਦੇ ਹਾਂ। ਸਾਨੂੰ ਇੰਨੀ ਗੱਲ ਦੀ ਵਿਚਾਰ ਨਹੀਂ ਆਉਂਦੀ ਇਹ ਕਵਿਤਾ ਹੈ ਕਿ ਸ਼ਬਦ ਹੈ। ਸਾਹਿਬ ਕਹਿੰਦੇ ਨੇ ਕਿ ਭਾਈ ਇਹ ਗੁਰਦਾਸ ਜੀ ਦੱਸੋ ਇਹ ਕੀ ਹੈ? ਕਹਿੰਦਾ ਮਹਾਰਾਜ ਜੀ ਬਾਣੀ ਨਹੀਂ ਹੈਗੀ। ਅਤੇ ਸਾਹਿਬ ਕਹਿਣ ਲੱਗੇ ਫਿਰ ਆਪਾਂ ਕੀ ਕਰੀਏ? ਆਪਾਂ ਇੱਦਾਂ ਕਰੀਏ, ਆ ਜਿਵੇਂ ਹੁਣ ਰੌਲਾ ਪੈ ਗਿਆ ਈ ਤੇਰੇ ਸਾਹਮਣੇ, ਇਹ ਭਾਈ ਨੇ ਸ਼ਬਦ ਪੜ੍ਹਿਆ ਪਰ ਇਹਨੂੰ ਲੋਕਾਂ ਨੇ ਸ਼ਬਦ ਬਾਣੀ ਸੁਣ ਕੇ ਸਮਝਿਆ ਅਤੇ ਜਦੋਂ ਕਿ ਨਾਨਕ ਦਾ ਨਾਂ ਆਇਆ ਏ ਅਤੇ ਲੋਕਾਂ ਨੇ ਕਹਿ ਦਿੱਤਾ ਬਾਬੇ ਨਾਨਕ ਦੀ ਪਾਵਨ ਬਾਣੀ ਹੋਣੀ। ਉਵੇਂ ਹੀ ਭੁਲੇਖਾ ਖਾ ਜਾਣੇ ਆ। ਜਿਵੇਂ ਸਾਡੇ ਘਰਾਂ 'ਚ ਵੇਖਦੇ ਹਾਂ ਕੋਈ ਤਸਵੀਰਾਂ ਲੱਗੀਆਂ ਨੇ, ਉਹਨਾਂ ਤਸਵੀਰਾਂ ਦੇ ਉੱਤੇ ਇੱਕ ਥਾਂ 'ਤੇ ਵੇਖਦੇ ਹੋ ਨਾਮ ਖੁਮਾਰੀ ਨਾਨਕਾ ਚੜ੍ਹੀ ਰਹਿ ਦਿਨ ਰਾਤ। ਸੁਣਿਆ ਹੋਣਾ, ਪੜ੍ਹਿਆ ਹੋਣਾ, ਵੇਖਿਆ ਹੋਣਾ, ਤਸਵੀਰਾਂ ਦੇ ਉੱਤੇ ਲਿਖਿਆ ਹੋਇਆ। ਹੁਣ ਜਦੋਂ ਇਹ ਪੰਕਤੀਆਂ ਜਿਹੜੀ ਮੈਂ ਪੜ੍ਹ ਕੇ ਤੁਹਾਨੂੰ ਸੁਣਾਈਆਂ ਨੇ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹਿ ਦਿਨ ਰਾਤ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪੰਨਾ ਇੱਕ ਤੋਂ ਲਾ ਕੇ 1430 ਤੱਕਰ ਇਹ ਸ਼ਬਦ ਲੱਭਣਾ ਚਾਹੋਗੇ ਤੇ ਕੋਈ ਨਹੀਂ ਲੱਭਣਾ। ਕਾਰਨ ਕੀ? ਇਹ ਗੁਰਬਾਣੀ ਦਾ ਸ਼ਬਦ ਨਹੀਂ ਹੈਗਾ। ਇਹ ਪ੍ਰਿਥੀ ਚੰਦ ਵੱਡਾ ਭਰਾ, ਉਹਦਾ ਪੁੱਤਰ ਮਿਹਰਬਾਨ, ਇਹਨਾਂ ਪਿਓ ਪੁੱਤਰਾਂ ਨੇ ਆਪ ਇਹ ਸ਼ਬਦ ਇਵੇਂ ਦੇ ਉਚਾਰਨ ਕੀਤੇ ਜਿਨ੍ਹਾਂ ਦੇ ਅਖੀਰ ਦੇ ਉੱਤੇ ਬਾਬੇ ਨਾਨਕ ਦੀ ਮੋਹਰ ਲਾ ਦਿੰਦੇ ਸਨ, ਬਾਬੇ ਨਾਨਕ ਦਾ ਨਾਂ ਲਿਖ ਦਿੰਦੇ ਸਨ। ਅਤੇ ਉਹਨਾਂ ਲੋਕਾਂ ਨੂੰ ਜਿਹਨੂੰ ਬਾਣੀ ਦਾ ਗਿਆਨ ਕੋਈ ਨਹੀਂ ਉਹ ਸਮਝਦੇ ਸਨ ਗੁਰਬਾਣੀ। ਇਤਿਹਾਸਕਾਰਾਂ ਨੇ ਗਵਾਹੀ ਦਿੱਤੀ ਹੈ, ਕਹਿੰਦੇ ਨੇ ਕਿ ਭਾਈ ਮਿਹਰਬਾਨ ਪੁੱਤ ਪ੍ਰਿਥੀਏ ਕਾ ਕਵੀਸ਼ਰੀ ਕਰੇ। ਕਵੀਸ਼ਰੀ ਦਾ ਭਾਵ ਕਵਿਤਾ ਪੜ੍ਹਦਾ ਹੈ, ਕਵੀਸ਼ਰੀ ਲਿਖਦਾ ਹੈ। ਕਵੀਸ਼ਰ ਸੱਜਣ ਲਿਖਦੇ ਇਤਿਹਾਸਕ ਪ੍ਰਸੰਗ ਕੋਈ ਸੁਣਾਉਣਾ ਹੈ, ਭਾਈ ਤਾਰੂ ਸਿੰਘ ਦੀ ਸ਼ਹੀਦੀ ਹੈ, ਭਾਈ ਗੁਰੂ ਪਿਆਰਿਓ ਤਾਰਾ ਸਿੰਘ ਦੀ ਸ਼ਹੀਦੀ ਹੈ, ਜਾਂ ਹੋਰ ਐਸਾ ਕੋਈ ਸਾਕਾ ਹੈ ਤਾਂ ਕਵੀਸ਼ਰੀ ਬੜੇ ਬੜੇ ਲੰਬੇ ਲੰਬੇ ਪ੍ਰਸੰਗ ਜਿਹੜੇ ਨੇ ਘੜ ਕੇ ਬਣਾ ਕੇ ਤੇ ਸੁਣਾਉਂਦੇ ਨੇ। ਹੁਣ ਉੱਦਾਂ ਹੀ ਇਹਨਾਂ ਪ੍ਰਿਥੀ ਚੰਦ ਨੇ ਮਿਹਰਬਾਨ ਨੇ ਬੜੇ ਬੜੇ ਲੰਬੇ ਲੰਬੇ ਸ਼ਬਦ
ਤੇ ਹੋਰ ਸ਼ਬਦ ਜਿਹੜੇ ਉਚਾਰਨ ਕੀਤੇ, ਪਰ ਅਖੀਰ ਦੇ ਉੱਤੇ ਜਿਵੇਂ ਕਵੀ ਆਪਣਾ ਨਾਂ ਦਿੰਦਾ ਹੈ, ਉਹਦੀ ਥਾਂ ਤੇ ਨਾਨਕ ਦਾ ਨਾਂ ਲਿਖਿਆ ਗਿਆ। ਜਿਵੇਂ ਆਪਾਂ ਕਹਿੰਦੇ ਨਾ ਕਿ ਭਾਈ, ਕਿ ਜੇਕਰ ਭਾਈ ਆਪਾਂ ਮਾਲਕ ਦੇ ਨਾਮ ਨਾਲ ਜੁੜੀਏ ਜਾਂ ਸੇਵਾ ਕਰੀਏ ਤੇ ਤੱਤੀ ਵਾਹ ਨਹੀਂ ਲੱਗਦੀ। ਤਾਂ ਗੁਰੂ ਪਾਤਸ਼ਾਹ ਦੇ ਪਾਵਨ ਬੋਲ ਨੇ ਤਾਤੀ ਵਾਹ ਨਾਲ ਲੱਗ ਗਈ। ਤਾਂ ਉਹ ਤੇ ਸ਼ਬਦ ਹੈ ਰਾਗ ਬਿਲਾਵਲ ਦਾ, ਅਸੀਂ ਪੜ੍ਹਦੇ ਹਾਂ ਸਾਰੇ, ਸੁਣਦੇ ਹਾਂ ਸਾਰੇ। ਪਰ ਜਦੋਂ ਕਿ ਇਹਨਾਂ ਨੇ ਲਿਖਿਆ, ਕਹਿੰਦੇ ਨੇ ਨਾਨਕ ਨੀਵਾਂ ਜੋ ਚੱਲੈ ਲਗੇ ਨਾ ਤਾਤੀ ਵਾਹ। ਹੁਣ ਇਹਦੇ ਵਿੱਚ ਵੀ ਨਾਨਕ ਸ਼ਬਦ ਪਹਿਲਾਂ ਆ ਗਿਆ, ਅੱਗੇ ਆਇਆ ਲਗੇ ਨਾ ਤਾਤੀ ਵਾਹ। ਇਹ ਕਿਹਦਾ ਉਚਾਰਨ ਕੀਤਾ? ਇਹ ਬਾਬਾ ਪ੍ਰਿਥੀ ਚੰਦ ਦਾ ਜਾਂ ਉਹਦੇ ਬੇਟੇ ਮਿਹਰਬਾਨ। ਇਹ ਬਾਣੀ ਨਹੀਂ ਹੈਗੀ, ਸਾਨੂੰ ਭੁਲੇਖਾ ਨਾ ਲੱਗ ਜਾਏ। ਬਹੁਤ ਸਾਰੇ ਵੀਰਾਂ ਨੇ ਟਰੱਕਾਂ ਦੇ ਉੱਤੇ ਅੱਗੇ ਜਾਂ ਪਿੱਛੇ ਲਿਖਿਆ ਹੁੰਦਾ ਹੈ ਨਾਨਕ ਨੀਵਾਂ ਜੋ ਚੱਲੈ ਲਗੇ ਨਾ ਤੱਤੀ ਵਾਹ। ਕਾਰਨ ਕੀ ਹੈ ਸਾਨੂੰ ਪਤਾ ਨਹੀਂ, ਇਹ ਬਾਣੀ ਹੈ ਕਿ ਨਹੀਂ ਬਾਣੀ ਹੈਗੀ। ਅਸੀਂ ਉਹ ਲਿਖ ਲਿਆ, ਬਾਬੇ ਨਾਨਕ ਦਾ ਨਾਂ ਆ ਗਿਆ ਤਾਂ ਕਰਕੇ। ਹੁਣ ਗੁਰੂ ਸਾਹਿਬ ਨੇ ਇਹ ਵਿਚਾਰ ਕੀਤੀ, ਜੇ ਇੱਦਾਂ ਹੀ ਚੱਲਦਾ ਰਿਹਾ ਤੇ ਆਮ ਸਿੱਖਾਂ ਕੋਲੋਂ ਤੇ ਬਾਣੀ ਦੀ ਪਛਾਣ ਕਰਨੀ ਬੜੀ ਔਖੀ ਹੋ ਜਾਣੀ। ਜਿਵੇਂ ਅਜੋਕੇ ਸਮੇਂ ਵਿੱਚ ਵੀ ਆ ਦੋ ਪੰਕਤੀਆਂ ਜਿਹੜੀਆਂ ਮੈਂ ਪੜ੍ਹ ਕੇ ਸੁਣਾਈਆਂ ਨੇ, ਇਹਦੇ ਨਾਲ ਇੱਕ ਨਹੀਂ ਅਨੇਕਾਂ ਹੋਰ ਐਸੇ ਨੇ ਬੋਲ ਜਿਨ੍ਹਾਂ ਦੇ ਪਿੱਛੇ ਨਾਨਕ ਅੱਗੇ ਪਿੱਛੇ ਆਉਂਦਾ ਹੈ ਤੇ ਅਸੀਂ ਭੁਲੇਖਾ ਖਾ ਸਕਦੇ ਹਾਂ। ਤਾਂ ਗੁਰੂ ਪਾਤਸ਼ਾਹ ਨੇ ਕੀ ਕੀਤਾ, ਕਹਿਣ ਲੱਗੇ ਭਾਈ ਸਾਹਿਬ ਭਾਈ ਕੇਸਰ ਸਿੰਘ ਜੀ ਛਿੱਬਰ, ਜਿਨ੍ਹਾਂ ਨੇ ਬੰਸਾਵਲੀ ਨਾਮਾ ਲਿਖਿਆ, ਉਹਨਾਂ ਨੇ ਲਿਖਿਆ, ਕਹਿੰਦੇ ਨੇ ਮਿਹਰਬਾਨ ਪੁੱਤ ਪ੍ਰਿਥੀ ਕਾ ਕਵੀ ਸ਼੍ਰੀ ਕਰੇ ਪਾਰਸੇ ਹਿੰਦਵੇ ਤੇ ਗੁਰਮੁਖੀ ਵੀ ਪੜ੍ਹੇ ਤਿੰਨ ਪੀ ਬਾਣੀ ਬਹੁਤ ਬਣਾਈ। ਵੇਖੋ ਜੋ ਕਿ ਰਿਪੋਰਟ ਮਿਲਦੀ ਪਈ ਹੈ, ਖਬਰ ਮਿਲਦੀ ਪਈ ਹੈ ਕਿ ਇਸ ਮਿਹਰਬਾਨ ਨੇ ਬੜੀ ਬਾਣੀ ਲਿਖੀ, ਤਿੰਨ ਪੀ ਬਾਣੀ ਬਹੁਤ ਬਣਾਈ। ਪਰ ਜਦੋਂ ਉਹ ਲਿਖਦਾ ਸੀ ਆਪਣੀ ਕਵਿਤਾ ਤੇ ਉਹਦੇ ਉੱਤੇ ਕੀ ਕਰਦਾ ਸੀ, ਭੋਗ ਗੁਰੂ ਨਾਨਕ ਆਈ ਪਾਈ। ਜਿਵੇਂ ਆਪਾਂ ਸ਼ਬਦ ਪੜ੍ਹਿਆ ਤੇਰਾ ਕੀਤਾ ਜਾਤੋ ਨਾਈ, ਉਹਦੇ ਅਖੀਰ 'ਤੇ ਕੀ ਆਇਆ, ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੇ ਕਰਿਆ। ਇੱਦਾਂ ਜਿਹੜਾ ਵੀ ਇਹਨੇ ਆਪਣੀ ਕਵਿਤਾ ਦਾ ਬੰਦ ਲਿਖਣਾ, ਉਹਦੇ ਅਖੀਰ 'ਤੇ ਨਾਨਕ ਲਿਖ ਦੇਣਾ, ਮਿਹਰਬਾਨ ਨਹੀਂ ਲਿਖਣਾ, ਪ੍ਰਿਥੀ ਚੰਦ ਨਹੀਂ ਲਿਖਣਾ, ਕਿਸੇ ਕਵੀ ਦਾ ਨਾਂ ਨਹੀਂ ਲਿਖਣਾ, ਇਹਨਾਂ ਨੇ ਬਾਬੇ ਨਾਨਕ ਦਾ ਨਾਂ ਲਿਖ ਦੇਣਾ। ਕਾਰਨ ਕੀ ਸੀ, ਲੋਕ ਪੜ੍ਹਨਗੇ ਤੇ ਸਮਝਣਗੇ ਇਹ ਬਾਬੇ ਨਾਨਕ ਦੀ ਪਾਵਨ ਬਾਣੀ ਹੈ। ਇਸ ਕਰਕੇ ਉਹਨੇ ਇੱਕ ਗ੍ਰੰਥ ਤਿਆਰ ਕਰ ਲਿਆ, ਭਾਵ ਕਿ ਇੱਕ ਵੱਖਰਾ ਗ੍ਰੰਥ ਤਿਆਰ ਕਰ ਲਿਆ। ਉਹ ਪੜ੍ਹ ਕੇ ਲੋਕਾਂ ਨੂੰ ਸੁਣਾਉਣ ਲੱਗ ਪਿਆ, ਪੂਜਾ ਕਰਾਉਣ ਲੱਗ ਪਿਆ। ਤਾਂ ਗੁਰੂ ਪਿਆਰਿਓ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਚਨ ਕੀਤਾ, ਭਾਈ ਗੁਰਦਾਸ ਬਾਣੀ ਗੁਰਾਂ ਦੀ ਜੁਦਾ ਕਰੀ। ਆ ਇੱਕ ਵਿਚਾਰ ਇਹ ਆ ਗਿਆ। ਇੱਕ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਨ 'ਚ ਆਇਆ ਕਿ ਵੱਖ-ਵੱਖ ਪੋਥੀਆਂ ਦੇ ਵਿੱਚ ਬਾਣੀ ਸਾਡੇ ਕੋਲ ਪਹੁੰਚੀ ਹੈ। ਗੁਰੂ ਨਾਨਕ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਇੱਕ ਪੋਥੀ ਵਿੱਚ ਆਈ ਹੈ, ਇੱਕ ਪੋਥੀ 'ਚ ਗੁਰੂ ਅਮਰਦਾਸ ਪਾਤਸ਼ਾਹ ਦੀ ਆਈ ਹੈ, ਨਾਲ ਸਾਡੇ ਪਿਤਾ ਗੁਰੂ ਰਾਮਦਾਸ ਜੀ ਦੀ ਆਈ ਹੈ। ਹੁਣ ਵੱਖਰੀਆਂ ਵੱਖਰੀਆਂ ਪੋਥੀਆਂ ਵਿੱਚ ਬਾਣੀ ਹੋਣ ਕਰਕੇ ਇਹ ਹੋ ਸਕਦਾ ਕਿ ਕੋਈ ਪੋਥੀ ਲੈ ਵੀ ਜਾਏ ਪੜ੍ਹਨ ਵਾਸਤੇ, ਫਿਰ ਕਿੱਥੋਂ ਭਾਲ ਕਰਾਂਗੇ ਕਿ ਭਈ ਇਹ ਪੋਥੀ ਕਿੱਥੇ ਗਈ ਹੈ ਤੇ ਆਪਾਂ ਉਹ ਤੋਂ ਉਤਾਰਾ ਕਿਵੇਂ ਕਰਾਂਗੇ। ਤੇ ਗੁਰੂ ਪਿਆਰਿਓ, ਇਹ ਵਿਚਾਰ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਤੇ ਪੋਥੀਆਂ ਆਸੇ-ਪਾਸੇ ਨਾ ਹੋ ਜਾਣ, ਕਿਤੇ ਇਹ ਪੋਥੀਆਂ ਇਸੇ ਤਰ੍ਹਾਂ ਲਿਖੀਆਂ ਨਾ ਰਹਿ ਜਾਣ ਤੇ ਹੋਵੇ ਕੋਈ ਇਹਨਾਂ ਨੂੰ ਇਕੱਠੀਆਂ ਨਾ ਕਰ ਸਕੇ। ਸਾਡੇ ਕੋਲ ਸਮਾਂ ਇਸ ਵਕਤ ਔਰ ਹੋਵੇ ਕਿਉਂ ਨਾ ਅਸੀਂ ਇਹਦੀ ਇੱਕ ਬੀੜ ਸਾਹਿਬ ਜਿਹੜੀ ਹੈ ਉਹ ਤਿਆਰ ਕਰ ਲਈ। ਇਹ ਵਿਚਾਰ ਕਿਹਨਾਂ ਦੇ ਮਨ ਵਿੱਚ ਆਇਆ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ। ਤੇ ਉਹਨਾਂ ਨੇ ਇਸ ਵਿਚਾਰ ਦੇ ਆਧਾਰ ਦੇ ਉੱਤੇ ਇਹ ਗ੍ਰੰਥ ਸਾਹਿਬ ਦੀ ਸਿਰਜਣਾ ਕਰਨੀ ਸ਼ੁਰੂ ਕੀਤੀ। ਰਾਮਸਰ ਸਰੋਵਰ ਜਦੋਂ ਆਪਾਂ ਬਾਬਾ ਅਟਲ ਜੀ ਤੋਂ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਨਿਕਲਦੇ ਹਾਂ, ਅੱਗੇ ਬਬੇਕ ਸਿਰ ਆਉਂਦਾ ਹੈ, ਉਹ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬਣਵਾਇਆ ਸੀ। ਉਹ ਉਸ ਵਕਤ ਤਿਆਰ ਨਹੀਂ ਸੀ। ਉਹਦੇ ਬਿਲਕੁਲ ਸਾਹਮਣੇ ਥੋੜ੍ਹੀ ਦੂਰੀ ਦੇ ਉੱਤੇ ਰਾਮਸਰ ਸਰੋਵਰ ਹੈ, ਜਿਸ ਦੇ ਕਿਨਾਰੇ ਉੱਤੇ ਬਹੁਤ ਵੱਡਾ ਇੱਕ ਸ਼ਾਮਿਆਨਾ ਲਵਾ ਕੇ ਤੇ ਭਾਈ ਗੁਰਦਾਸ ਨੂੰ ਕੋਲ ਬਿਠਾ ਕੇ ਔਰ ਸਾਰਾ ਮਟੀਰੀਅਲ ਜਿਹੜਾ ਸੀ ਕਾਗਜ਼ ਪੱਤਰ ਕਲਮਾਂ ਅਤੇ ਸਿਆਹੀ ਇਹ ਤਿਆਰ ਕਰਵਾ ਕੇ ਸਤਿਗੁਰਾਂ ਨੇ ਉੱਥੇ ਰਖਾ ਲਈ ਔਰ ਆਪ ਗੁਰੂ ਪਾਤਸ਼ਾਹ ਬੋਲੀ ਜਾ ਰਹੇ ਨੇ ਤੇ ਭਾਈ ਗੁਰਦਾਸ ਜੀ ਲਿਖੀ ਜਾ ਰਹੇ ਨੇ। ਇਹ ਧੰਨ ਗੁਰੂ ਨਾਨਕ ਦਾ ਪਾਤਸ਼ਾਹ ਦੀ ਪਾਵਨ ਬਾਣੀ ਨੂੰ, ਗੁਰੂਆਂ ਦੀ ਪਵਿੱਤਰ ਬਾਣੀ ਨੂੰ ਸੰਭਾਲਣ ਦਾ ਜਿਹੜਾ ਕਰਮ ਕੀਤਾ ਹੈ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕੀਤਾ ਹੈ। ਜਿਸ ਵਕਤ ਇਹ ਸਮੁੱਚੀ ਬਾਣੀ ਲਿਖੀ ਗਈ, ਅੱਜ ਬੀੜ ਸਾਹਿਬ ਤਿਆਰ ਹੋ ਗਈ ਹੈ, ਉਸ ਵਕਤ ਹੁਣ ਸ਼ਾਮ ਦਾ ਵੇਲਾ ਸੀ, ਰਾਤ ਦਾ ਵੇਲਾ ਸੀ ਤੇ ਗੁਰੂ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਤੰਬੂ ਵਿੱਚ ਆਰਾਮ ਕਰਦੇ ਪਏ ਨੇ।
ਤੇ ਨਾਲ ਇੱਕ ਵਿਚਾਰ ਆ ਗਈ। ਸਾਧ ਸੰਗਤ ਜੀ, ਜਿੰਨੇ ਵੀ ਆਪ ਦਰਬਾਰ 'ਚ ਬੈਠੇ, ਇਹ ਜੋ ਇਤਿਹਾਸਕ ਪੱਖ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਪਿਆ, ਇਹ ਬਹੁਤ ਧਿਆਨ ਦੇ ਨਾਲ ਸੁਣਨ ਦੀ ਲੋੜ ਹੈ, ਆਪਣੇ ਮਨ 'ਚ ਵਸਾਉਣ ਦੀ ਲੋੜ ਹੈ ਕਿ ਬੀੜ ਸਾਹਿਬ ਦੇ ਲਿਖਣ ਦਾ ਭਾਈ ਰੂਪ ਕੀ ਹੈ, ਕਾਰਨ ਕੀ ਹੈ, ਕਿਉਂ ਲਿਖੀ ਗਈ, ਕਿਹੜੇ ਗੁਰੂ ਨੇ ਲਿਖੀ, ਕਿਸ ਸਥਾਨ 'ਤੇ ਲਿਖੀ, ਕਿਹਦੇ ਕੋਲੋਂ ਲਿਖਵਾਈ ਅਤੇ ਕਿਵੇਂ ਕਿਵੇਂ ਇਹਦਾ ਪ੍ਰਕਾਸ਼ ਕੀਤਾ। ਇਹ ਸਾਰੀ ਜਾਣਕਾਰੀ ਜਿਹੜੀ ਹੈ ਇਹਨੂੰ ਚੇਤੇ ਰੱਖਣ ਦੀ ਲੋੜ ਹੈ। ਆਪ ਕਿਤੇ ਟ੍ਰੇਨ 'ਚ ਸਫ਼ਰ ਕਰਦੇ ਪਏ ਹੋ, ਪਲੇਨ 'ਚ ਸਫ਼ਰ ਕਰਦੇ ਪਏ ਹੋ, ਕਿਸੇ ਬੱਸ ਵਿੱਚ ਬੈਠੇ ਹੋ, ਤੁਹਾਡਾ ਦਸਤਾਰਾ ਵੇਖ ਕੇ, ਤੁਹਾਡੇ ਸ੍ਰੀ ਸਾਹਿਬ ਵੇਖ ਕੇ, ਤੁਹਾਡਾ ਗੁਰਮੁਖੀ ਬਾਣਾ ਵੇਖ ਕੇ ਕੋਈ ਹੋਰ ਅਨ ਧਰਮ ਦਾ ਤੁਹਾਨੂੰ ਪੁੱਛ ਲਵੇ, ਭਾਈ ਸਾਹਿਬ ਜੀ ਆਪ ਸਿੱਖ ਧਰਮ ਨਾਲ ਬਿਲੋਂਗ ਕਰਦੇ ਹੋ, ਤੁਸੀਂ ਕਹੋਗੇ ਹਾਂ ਜੀ। ਮਰ ਤੁਹਾਡਾ ਗ੍ਰੰਥ ਕਿਹੜਾ ਹੈ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ। ਭਈ ਕਿਵੇਂ ਤਿਆਰ ਕੀਤਾ ਗਿਆ? ਐਡਾ ਵੱਡਾ ਗ੍ਰੰਥ ਜਿਹੜਾ ਸੀ ਇਹ ਕਿਸੇ ਨੇ ਕਿੰਨੇ ਲਿਖਿਆ? ਇਕੱਲੇ ਕਿਸੇ ਨੇ ਲਿਖਿਆ ਹੈ ਕਿ ਜਾਂ ਹੋਰ ਕਿਸੇ ਦਾ ਹਿੱਸਾ ਹੈ? ਤਾਂ ਸਾਨੂੰ ਜਾਣਕਾਰੀ ਹੋਵੇਗੀ, ਅਗਲੇ ਨੂੰ ਦੱਸ ਸਕਾਂਗੇ ਭਾਈ ਇਸ ਗ੍ਰੰਥ ਸਾਹਿਬ ਨੂੰ ਲਿਖਣ ਵਾਲੇ 6 ਗੁਰੂ ਨੇ, 3 ਗੁਰੂ ਕੇ ਸਿੱਖ ਨੇ, 11 ਭੱਟ ਨੇ ਅਤੇ 15 ਭਗਤ ਨੇ। ਇਹਨਾਂ ਦੀ ਪਾਵਨ ਬਾਣੀ ਜਿਹੜੀ ਹੈ ਉਹ ਇਕੱਤਰ ਕਰਕੇ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਲਿਖਾਈ। ਅੱਜ ਜਦੋਂ ਕਿ ਇਹ ਪਾਵਨ ਬਾਣੀ ਲਿਖੀ ਗਈ ਹੈ, ਬੀੜ ਸਾਹਿਬ ਤਿਆਰ ਹੋ ਗਈ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਆਪਣੇ ਤੰਬੂ 'ਚ ਆਰਾਮ ਕਰਦੇ ਪਏ ਨੇ, ਇੱਕ ਵਿਚਾਰ ਪੈਦਾ ਹੋ ਗਿਆ। ਕਿਹੜਾ ਵਿਚਾਰ? ਭਾਈ ਗ੍ਰੰਥ ਤੇ ਤਿਆਰ ਹੋ ਗਿਆ। ਕਿੱਥੇ ਸੀ? ਉਸੇ ਜਗ੍ਹਾ 'ਤੇ ਜੋ ਕਿ ਆਪ ਜੀ ਨਾਲ ਗੱਲ ਕੀਤੀ, ਰਾਮਸਰ ਸਰੋਵਰ ਦੇ ਕਿਨਾਰੇ 'ਤੇ ਲੱਗੇ ਤੰਬੂ ਵਿੱਚ ਇਹ ਤਿਆਰ ਹੋ ਗਿਆ। ਉੱਥੇ ਗੁਰੂ ਪਾਤਸ਼ਾਹ ਆਰਾਮ ਕਰਦੇ ਸਨ। ਹੁਣ ਜੇ ਗ੍ਰੰਥ ਤਿਆਰ ਹੋ ਗਿਆ ਤੇ ਗ੍ਰੰਥ ਦੀ ਸੇਵਾ ਕਰਨ ਵਾਸਤੇ ਗ੍ਰੰਥੀ ਵੀ ਚਾਹੀਦਾ। ਜੇ ਕੋਈ ਵਿਚਾਰ ਕਿਹਨਾਂ ਦੇ ਮਨ 'ਚ ਆਈ? ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਦੇ ਮਨ ਵਿੱਚ ਆਈ ਕਿ ਉਹਨਾਂ ਨੇ ਇਹ ਸੋਚਿਆ ਜੇ ਗ੍ਰੰਥ ਤਿਆਰ ਹੋ ਗਿਆ, ਲਿਖਿਆ ਗਿਆ ਏ, ਤੇ ਇਹਦੀ ਸੇਵਾ ਵਾਸਤੇ, ਇਹਨੂੰ ਪੜ੍ਹ ਕੇ ਸੁਣਾਉਣ ਵਾਸਤੇ ਇੱਕ ਗ੍ਰੰਥੀ ਵੀ ਚਾਹੀਦਾ। ਤੇ ਸਤਿਗੁਰ ਪਾਤਸ਼ਾਹ ਦੇ ਅੱਗੇ ਵਿਚਾਰ ਮਨ 'ਚ ਕੀ ਆਈ? ਹੁਣ ਗ੍ਰੰਥੀ ਕਿਹਨੂੰ ਬਣਾਇਆ ਜਾਏ? ਬੇਦੀਆਂ ਦੀ ਕੁਲ 'ਚ ਬਣਾ ਲਈਏ ਗੁਰੂ ਨਾਨਕ ਪਾਤਸ਼ਾਹ ਦੇ ਬੰਸ ਵਿੱਚੋਂ। ਵਿਚਾਰ ਕੀ? ਜੇ ਅੱਜ ਮੈਂ ਬੇਦੀਆਂ ਦੇ ਵਿੱਚੋਂ ਕਿਸੇ ਨੂੰ ਗ੍ਰੰਥੀ ਬਣਾ ਦਿੰਦਾ, ਕੱਲ੍ਹ ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਕਿੰਨੇ ਸਰੂਪ ਬਣ ਜਾਣਗੇ, ਅਤੇ ਉਹਨਾਂ ਵਾਸਤੇ ਜੇ ਬੇਦੀ ਨਾ ਪੂਰੇ ਹੋਏ ਤਾਂ ਫਿਰ ਕੀ ਕਰਾਂਗੇ? ਮੈਂ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਬੰਸ ਵਿੱਚੋਂ ਕੀ ਮੈਂ ਐਸੇ ਭਾਈ ਗ੍ਰੰਥੀ ਤਿਆਰ ਕਰ ਦੇਵਾਂ? ਨਹੀਂ। ਕਿਸੇ ਵੀ ਗੁਰੂ ਦੀ ਬੰਸ ਵਿੱਚੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਗ੍ਰੰਥੀ ਨਹੀਂ ਬਣਾਇਆ। ਵਿਚਾਰ ਕਰਦਿਆਂ ਬਾਬਾ ਬੁੱਢਾ ਜੀ ਦਾ ਖਿਆਲ ਸਾਹਮਣੇ ਆ ਗਿਆ। ਹੋਵੇ ਕਿਉਂ ਨਾ, ਇਹ ਸੇਵਾ, ਮਹਾਨ ਸੇਵਾ ਜਿਹੜੀ ਹੈ ਬਾਬਾ ਬੁੱਢਾ ਸਾਹਿਬ ਨੂੰ ਦਿੱਤੀ ਜਾਏ। ਕਿੰਨਾ ਸੋਚਿਆ? ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਜੀ, ਉਹਨਾਂ ਨੇ ਵਿਚਾਰੀ ਤੇ ਹੋਇਆ ਕਿ ਸਵੇਰ ਦੇ ਵੇਲੇ ਅਸਾਂ ਜਦੋਂ ਪ੍ਰਕਾਸ਼ ਇਹਦਾ ਪਹਿਲਾ ਕਰ ਰਹਾ ਏ ਤੇ ਬਾਬਾ ਬੁੱਢਾ ਜੀ ਦੀ ਇਹ ਸੇਵਾ ਉਹਨਾਂ ਕੋਲੋਂ ਲਵਾਂਗੇ, ਕਿਉਂਕਿ ਇਹ ਸੀ ਕਿ ਕਾਮਣ ਬੰਦਾ ਹੈ ਬਾਬਾ ਬੁੱਢਾ ਜੀ, ਕਾਮਣ ਬੰਦਾ। ਕੱਲ੍ਹ ਨੂੰ ਜਦੋਂ ਵੀ ਲੋੜ ਪੈਗੀ ਗ੍ਰੰਥੀਆਂ ਦੀ, ਤੇ ਕਿਸੇ ਵੀ ਕੌਮ ਵਿੱਚੋਂ ਆਪਾਂ ਉਸ ਨੂੰ ਗ੍ਰੰਥੀ ਚੁਣ ਸਕਦੇ ਹਾਂ, ਸੇਵਾ ਦੇ ਸਕਦੇ ਹਾਂ। ਦੇਖੋ ਕਿਤਨੀ ਲੰਬੀ ਵਿਚਾਰ ਤੇ ਡੂੰਘੀ ਵਿਚਾਰ ਸੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ। ਅਤੇ ਜੇ ਕਿਸੇ ਗੁਰੂ ਦੀ ਬੰਸ ਵਿੱਚੋਂ ਜਾਂ ਬੇਦੀਆਂ ਵਿੱਚੋਂ, ਭੱਲਿਆਂ ਵਿੱਚੋਂ, ਤ੍ਰਿਣ ਵਿੱਚੋਂ, ਸੋਢੀਆਂ ਵਿੱਚੋਂ ਗੁਰੂ ਬਣਾ ਜਾਂਦੇ ਗ੍ਰੰਥੀ, ਅਤੇ ਫਿਰ ਕੀ ਹੁੰਦਾ? ਫਿਰ ਸਾਰਿਆਂ ਨੇ ਕਹਿਣਾ ਸੀ ਜੀ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਸੋਢੀਆਂ ਨੂੰ ਆਪ ਗ੍ਰੰਥੀ ਬਣਾ ਗਏ ਨੇ, ਅਸੀਂ ਵੀ ਸੋਢੀ ਰੱਖਣਾ, ਅਤੇ ਸੋਢੀ ਇੱਥੋਂ ਕਿੰਨੇ ਆਉਣਗੇ? ਹੁਣ ਦੇਖੋ ਧਰਤੀ ਉੱਤੇ ਕਿੰਨੀਆਂ ਥਾਵਾਂ 'ਤੇ ਪ੍ਰਕਾਸ਼ ਹੈ, ਇੱਕ ਨਗਰ ਵਿੱਚ ਕਿੰਨੇ ਗ੍ਰੰਥੀ ਨੇ, ਕਿੰਨੇ ਗੁਰਦੁਆਰੇ ਨੇ, ਅਤੇ ਸੋਢੀਏ ਨੇ ਕਿੱਥੋਂ ਆਉਣਗੇ? ਸਤਿਗੁਰਾਂ ਨੇ ਲੰਬੀ ਵਿਚਾਰ ਨੇ ਫੈਸਲਾ ਕੀਤਾ ਕਿ ਕਾਮਨ ਬੰਦਾ ਜਿਹੜਾ ਉਸ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸੇਵਾ ਦਿੱਤੀ ਜਾਏ। ਅਤੇ ਹੋਇਆ ਕਿ ਅੰਮ੍ਰਿਤ ਵੇਲਾ ਜਿਸ ਪ੍ਰਕਾਸ਼ ਕਰਨ ਦਾ ਟਾਈਮ ਸੀ, ਉਸ ਤੋਂ ਇੱਕ ਦਿਨ ਪਹਿਲਾਂ, ਜਿਵੇਂ ਕਿ ਅੱਜ ਦਾ ਦਿਨ ਹੈ ਅਤੇ ਕੱਲ੍ਹ ਜਿਹੜਾ ਕਿ ਪ੍ਰਕਾਸ਼ ਕਰਨਾ ਹੋਵੇ, ਇਹ ਮੱਸਿਆ ਦਾ ਦਿਹਾੜਾ ਲੰਘਿਆ ਸੀਗਾ। ਸਤਿਗੁਰਾਂ ਨੇ ਇਸ ਦਿਨ ਇੱਕ ਬਹੁਤ ਵੱਡਾ ਇਕੱਠ ਜਿਹੜਾ ਸੀ, ਜਿੱਥੇ ਅੱਜ ਅਕਾਲ ਤਖ਼ਤ ਸਾਹਿਬ ਹੈ, ਇਹ ਥਾਂ ਖੁੱਲ੍ਹੀ ਪਈ ਸੀ, ਇਸ ਥਾਂ ਦੇ ਉੱਤੇ ਬਹੁਤ ਵੱਡਾ ਇਕੱਠ ਕੀਤਾ। ਇੱਕ ਦਿਨ ਪਹਿਲਾਂ ਖਬਰ ਦੇ ਦਿੱਤੀ ਸੀ, ਸਾਧ ਸੰਗਤ ਕੱਲ੍ਹ ਦੇ ਦੀਵਾਨ ਵਿੱਚ ਆਪਣੇ ਹਾਜ਼ਰੀਆਂ ਭਰਨੀਆਂ ਨੇ, ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਵਿਚਾਰਾਂ ਜਿਹੜੀਆਂ ਨੇ ਉਹ ਸਾਂਝੀਆਂ ਕਰਨੀਆਂ ਨੇ, ਆਉਣ ਵਾਲੇ ਸਮੇਂ ਦੇ ਸੰਬੰਧ ਵਿੱਚ ਤੁਹਾਨੂੰ ਜਾਣਕਾਰੀ ਦੇਣੀ ਹੈ, ਇਸ ਕਰਕੇ ਤੁਹਾਡਾ ਉੱਤੇ ਹਾਜ਼ਰ ਹੋਣਾ ਬੜਾ ਲਾਜ਼ਮੀ ਹੈ। ਉਹ ਕਹਿੰਦੇ ਨੇ ਹੋਇਆ ਕਿ ਇਤਿਹਾਸਕਾਰ ਗਵਾਹੀ ਦਿੰਦੇ, ਉਹਨਾਂ ਨੇ ਗਵਾਹੀ ਵਿੱਚ ਲਿਖਿਆ, ਕਹਿੰਦੇ ਨੇ ਸਤਿਗੁਰੂ ਪਾਤਸ਼ਾਹ ਧੰਨ ਧੰਨ ਗੁਰੂ
अर्जन देव जी महाराज उन्होंने विचार अपने मन च बनाई तो की होया, कहते ने सतगुरु अर्जन देव पातशाह जी महाराज ने एक बहुत बड़ा दीवान ये खाली थां अकाल तख्त वाली जिहड़ी सी इत्थे बनाउणा कीता ते की होया, कहते ने सतगुर बैठ दीवान लगायो, श्री हर गोबिंद पास विराजत, चंद मनो असमान सुहायो। कहते ने बाल रूप गुरु हरगोबिंद पातशाह मेरी पीर दे मालक इन्हां दा जो कि अवतार हो चुका सी 1595 में ते अज 1604 में ये पहला प्रकाश होना है। तो 1604 दे जो कि एक दिन पहला प्रकाश करन तो सजे दीवान विच सतगुरु दीवान विच बैठे ने ते कोल साहिबजादा मेरी पीर दे मालक गुरु हरगोबिंद पातशाह कोल बैठे ने। इतिहासकार ने पूरा नक्शा खिंच के ते साढ़े तिकर पहुँचाया ते की किया, श्री हरगोबिंद पास विराजत, चंद मनो असमान सुहायो, सीख लगे सबको तब देवन। सीख दा भावे सिखिया उपदेश धन गुरु अर्जन देव पातशाह सारिਆਂ ਨੂੰ ਸਾਂਝੇ तौर के उत्ते उपदेश देन लगे कि सीख लगे सब देवन। ते की होया, मुख से फरमायो कि ग्रंथ जहाज भौजल को तर जात सुखैन जिन्नी जित ला। भाई तुहाडे वास्ते एक जहाज तैयार किया है, ਜਿਹੜਾ ਇਹਦੇ ਨਾਲ प्रेम पाएगा, ਜਿਹੜਾ ਇਹਨੂੰ प्रेम ਨਾਲ पढ़ेगा, जो ਇਹਨੂੰ प्रेम ਨਾਲ विचारेगा, वो संसार सागर तो पार हो जाएगा। ये किन्ना बचन किया गुरु अर्जन देव पातशाह जी महाराज ने, जिहदे बारे ये लिखते पे ने भाई साहब भाई संतोख सिंह जी चूड़ा में उन्होंने लिखिया कि पैंदे सतगुर पैठ दीवान लगायो, श्री हरगोबिंद पास विराजत, चंद मनो असमान सुहायो, सीख लगे सबको तब देवन, श्रेय भरियो बच सो फरमायो। ते की किया, ग्रंथ जहाज भौजल को तर जात सुखैन जिन्नी चित लायो। यह बचन किया ना तो तुहाडे वर्गे सिख ही बैठे सन। वो दरबार के अंदर उन्होंने चों एक दो ने विचार की ते उन्होंने सलाह की कि क्यों ना हो गुरु पातशाह ने एक बचन करके पूछ लिया जाए। पातशाह अगे तो इस तरह होंदा सी कि सतगुरु बचन करन जा सिखा, तेरा जन्म मरण कटिया, तेरा निस्तारा हो गया, भौजल तो पार हो जाएगा। हुण कहंदे जिहड़ा इहनूं पढ़ेगा, इहनूं विचारेगा, तो पातशाह उहदा निस्तारा होवेगा। कि हुण तुहाडे कोल बरकत नहीं रहेगी, तुहाडे बचनां 'च शक्ति नहीं रहेगी, हुण तुहाडे कोल पातशाह रहमत सानूं नहीं मिलेगी। साहब कहंदे ने गल विचारो मेरी, आ देखो आ जो कि गुरता गद्दी ते असीं पंजवीं थां ते बैठे हैं, होर किन्ने ने ये मालक नूं पता है, भाई उन्होंने मालक नूं वाहिगुरू नूं पता है ये सेवा किन्नू किन्नू मिलनी। आखिरकार ते गुरता गद्दी ते मनुख जाति वल बैठण दी एक दिन रस्म ते पूरी होनी है। तो हुण मेरी गल समझो, कहंदे ने गुरु होवे एक ते थां थां दे उत्ते संगतां होण। वो कहण जी साडे नगर च गुरु आए, ते गुरु जिहड़ा कि देहधारी है उन्हें एक समय तो इक्को ही थां ते जाना है ना, सारियां थावां ते नहीं जाना। इस करके गुरबाणी रूपी शब्द जिहड़ा है ये ऐसा होवेगा, हर थां दे उत्ते प्रकाशमान होवेगा, हर थां दे उत्ते तुहाडी अगवाई करेगा, हर थां दे उत्ते भाई तुहानूं बख्शण ते रहमतां करेगा। सतगुर केर शरीर जो गवाही दी गई गुरु पातशाह के पावन बचनों में कि गुरु साहब के जिन्ने शरीर ने भाई एको शरीर है ना, अज तुहाडे कोल बैठे हाँ, कल तरन तारण साहब की संगत कहे कि भाई अज साडे कोल ही आ जाओ, तो हुण इत्थों जावांगे कितना टाइम लगेगा, हुण फिर साडे दर्शनदारे तां विचारां होणगीਆਂ। ਉਹਦੇ ਨਾਲ ही कहने गोविंद वाले महाराज साढ़े आओ, हुण एक थां ते इक्को देहधारी गुरु हो सकता है ना, सारिया थां ते नहीं हो सकता। फिर बचन किया, सतगुर केर शरीर जो सब थान समय सब को ना दरसे। सारिया थावां दे उत्ते एक गुरु जिहड़ा नहीं हाज़र हो सकता। आ वेखो ना गल कितनी प्यारी कही, सतगुर केर शरीर जो सब थान समय सब सुन दरसे हैं, ग्रंथ हृदा गुर को ए जान। तुसीं साडे बचनां नाल सांझ पाणी, साडे हिरदे नाल सांझ पाणी। साडा हिरदा की है गुरबाणी, हिरदे च निकले बोल जड़े ने ये गुरबाणी है, ये तुहाडे वास्ते उपदेश है, तुहाडे मार्गदर्शन करनगे। ग्रंथ हृदा गुर कोए जानो, उत्तम है सब काल रहे है। इन्ना उत्तम शब्द है कि भाई हर समय चाहे दिन होवे चाहे रात होवे तुसीं इहदे नाल सांझ पा सकदे हो, इहदे नाल बचन कर सकदे हो, इन्हां गल्लां कर सकदे हो। भाई ये तुहाडे वास्ते एक महान
जहाज तैयार किया है, ये बचन किया धन 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 गुरु अर्जन देव पातशाह जी महाराज ने। कहते ने ये उस दीवान विच गल्लां बातां होईयां ते साहब कहन लगे कल अमृत वेले आपां इस पावन पवित्र बेड़ साहब का जो प्रकाश है हरिमंदर साहब के अंदर करना है। संगतां हैरान सन जदों कि सरोवर बन गया, ਉਹਦੀਆਂ ਪਕਿਆਈਆਂ हो गई, पानी छड़ दिता गया, ਉਹਦੇ अंदर हरमंदर साहब की सिरजना हो गई। ਹੁਣ लोग समझते सन कि इस हरमंदर साहब के अंदर गुरु अपने परिवार सहित रहणगे, पर सतगुरू ने वासा नहीं किया है। होया कहते हैं सतगुरु पातशाह धन गुरु अर्जन देव जी महाराज आप गुरु के महल जो आप माई सेवा बाजार लंघ के जाते हो, जिथे कि गुरु प्यारो सतगुरां दे महल गुरुद्वारा साहब आंदा है, आप उतों रोज़ाना आना, शाम को उत्थे वापस जाना। तो गुरु साहब ने हरमंदर साहब जो हरि के नाम से बनया, परमात्मा के नाम से बनया, इत्थे दी कीर्ति होंदी और गुरु पातशाह आप वसूणीए च कीती है। अज संगतां ने वचन किया कि कल हरिमंदर साहब के अंदर बीड़ साहब का प्रकाश किया जाएगा। तो आपने अमृत वेले साधरे जो कि पहुँचने की कृपा करनी, संगतां हुम हुमा के ते रामसर सरोवर के किनारे ते पहुँच गई कि बीड़ साहब उत्थों आउणी है तो हरिमंदर साहब पहुँचनी है, तो क्यों ना आवे तो गुरु पातशाह के नाल सारे रल के आवांगे, सारे रल के जावांगे और गुरु के पावन बचन जड़े ने पई नज़ारा वेखांगे अखां दे नाल। कहते ने बाबा धन गुरु अर्जन देव पातशाह जी महाराज अमृत वेले उठे इशनान किया तो जिथे बाबा बुढ़ा जी आराम कर रहे सन अपने तंबू में, सतगुरु गुरु अर्जन देव पातशाह पहला उत्थे चले गए। तो की होया जाके बाबा जी ने आवाज़ मारी। बाबा जी तो दिन रात ही जो कि भाई मालक की बंदगी के भगती करने वाले सिमरन करने वाले वेख्या मेरे शहनशाह गुरु अर्जन देव पातशाह जी महाराज आए ने, उठ के अपने तंबू च बाहर आए तो साहब कह लगे आओ बाबा जी तुहाडे कोल एक सेवा लैनी। किहड़ी सेवा? जिहदे बारे मैं हुणे तुहाडे नाल जिक्र किया है कि वेख्या जाए कि ग्रंथी नूं किहनूं बनाया जाए। तो सतगुरू ने रात ही फैसला कर लिया सी ये सेवा बाबा बुढ़ा जी ने दी जाए। दस्या हुण है जदों तंबू विच गए कह लगे आओ बाबा जी तुहाडे कोल असीं एक सेवा लैनी। महाराज मैं तो तुहाडा ही सेवादार, बाबे नानक तो ला के जो मैनूं ये सेवा बख्शिश की है तो मैं हर वक्त हाज़र रहिंदा, हुक्म करो किहड़ी सेवा लैनी। कह लगे आओ फिर मेरे नाल चलो। सतगुरु पातशाह धन धन गुरु अर्जन देव जी महाराज बाबा बुढ़ा जी ने अपने नाल लाया तो कित्थे लाया? उन्हां दे तंबू तो जो रामसर सरोवर वाला छड्डा शमियाना जिथे बीड़ साहब की लिखाई हुई, जिथे पीढ़े उत्ते बीड़ साहब जिहड़ी कि भाई टकाई हुई है और इस वक्त पहुँचे ने बाबा जी नाल धन गुरु अर्जन देव पातशाह दी। ते बाबा जी नूं इशारा किया गुरु अर्जन देव पातशाह ने की कह लगे बाबा बुढ़ा जी नूं कह लगे बाबा जी निज सिर धर ग्रंथ। बाबा जी आ ग्रंथ साहब की भीड़ जिहड़ी है ना अपने सीस ते टका लो, रख लो। किन्ना क्या? बाबा बुढ़ा साहिब निज सिर कर ग्रंथ आगे चलो सुदा सरपंथ। कहते ने सीस के उत्ते बीड़ साहब टका के ते की करो हरमंदर साहब वाले पासे नूं चाले पाओ। सुदा का भाव है अमृत, सर का भाव है सरोवर, अमृतसर वाले पासे दरबार साहब वाले पासे अपने चाले पाओ। बुढ़ा निज सिर धर ग्रंथ आगे चलो सुदा सरपंथ मान बाग पापयो अगारे। गुरु अर्जन देव पातशाह के पावन बचन सुने ने बीड़ साहब ने अपने सीस से टकाया है। मान बकन बचन गुरु के बचन सुनिया तो सुन के मनना किया। मान बचन पापयो अगारे चमर गुरु अर्जन करता है। चमर का भाव है चौर। अस कई बार ना यह तशबीह देन लगे कि धन गुरु अर्जन ग्रंथ साहब जी महाराज भाई तखत छतर चौर दे मारे जे तरतीब दईए ना तो इस ढंग तरतीब बनती है। छतर चौर ते तखत टर्न बाई टर्न वारी आती है। क्यों? छतर है एक गुरु पातशाह की वड्याई का प्रतीत और चौर जड़ा है ये भी एक महान वड्याई का प्रतीत। तखत जिहदे उत्ते गुरु पातशाह विराजमान होंदे, छतर चवर तखत दे मार वो चौर धन गुरु अर्जन देव पातशाह के पावन कर कमलों में
ਬੀੜ ਸਾਹਿਬ ਬਾਬਾ ਬੁੱਢਾ ਜੀ ਦੇ ਸੀਸ ਦੇ ਉੱਤੇ ਹੈ। ਚੌਰ ਦੀ ਸੇਵਾ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕਰ ਕਮਲਾਂ ਵਿੱਚ ਹੈ। ਕਰ ਦਾ ਭਾਵਾ ਮਾਨ ਬਾਕਪਾ ਭਇਓ ਅਗਾਰੇ ਚਮਰ ਗੁਰੂ ਅਰਜਨ ਕਰ ਧਾਰੇ। ਕਹਿੰਦੇ ਨੇ ਕੀ ਹੋਇਆ, ਹਰਿ ਮੰਦਰ ਮੈਂ ਜਾਏ ਪਹੁੰਚ। ਚਲਦੇ ਚਲਦੇ ਰਾਮਸਰ ਤੋਂ ਤੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਇੱਥੇ ਪਹੁੰਚ ਗਏ। ਹਰਿਮੰਦਰ ਮੈਂ ਜਾਏ ਪਹੁੰਚੇ ਰਾਗੀ ਰਾਗ ਕਰਤ ਸੁਰ ਉੱਚੀ। ਅੱਗੇ ਕੀਰਤਨ ਹੋ ਰਿਹਾ, ਭਾਵ ਰਾਗੀਆਂ ਨੇ ਆਸਾ ਦੀ ਵਾਰ ਆਰੰਭ ਕੀਤੀ ਹੋਈ ਹੈ। ਤੇ ਫਿਰ ਕੀ ਹੋਇਆ, ਉਸ ਜਗ੍ਹਾ 'ਤੇ ਜਿੱਥੇ ਆਸਨ ਅੱਜ ਤੁਸੀਂ ਲਾਈਵ ਪ੍ਰੋਗਰਾਮ 'ਚ ਤੱਕਦੇ ਹੋ ਕਿ ਪੀੜਾ ਸਾਹਿਬ ਉਹ ਰਾਤ ਦਾ ਤਿਆਰ ਕੀਤਾ ਹੁੰਦਾ ਸੇਵਾਦਾਰਾਂ ਨੇ, ਜੋ ਕਿ ਸਾਰੀ ਰਾਤ ਸੇਵਾ ਕਰਦੇ ਨੇ। ਫਰਸ਼ ਧੋਤਾ ਜਾਂਦਾ ਹੈ ਔਰ ਰੁਮਾਲੇ ਬਦਲੇ ਜਾਂਦੇ ਨੇ, ਸਾਰਾ ਕੁਝ ਕੀਤਾ ਜਾਂਦਾ ਹੈ। ਕਹਿੰਦੇ ਨੇ ਇਸ ਤਰ੍ਹਾਂ ਇਹ ਪਲੰਗ ਤਿਆਰ ਸੀ, ਪੀੜਾ ਸਾਹਿਬ ਤਿਆਰ ਸੀ। ਉਸ ਪੀੜੇ ਦੇ ਉੱਤੇ ਕਹਿੰਦੇ ਨੇ ਮੰਜੀ ਸਹਿਤ ਗ੍ਰੰਥ ਕੋ ਥਾਪ। ਗ੍ਰੰਥ ਸਾਹਿਬ ਉਸ ਪੀੜੇ ਉੱਤੇ ਰੱਖ ਕੇ ਨਿਕਟ ਅਸੀਨੇ ਸਤਿਗੁਰ ਆਪ। ਜਿੱਥੇ ਬਾਬਾ ਬੁੱਢਾ ਜੀ ਨੇ ਉਸ ਪੀੜੇ ਦੇ ਉੱਤੇ ਗ੍ਰੰਥ ਸਾਹਿਬ ਦੀ ਪਾਵਨ ਬੀੜ ਸਾਹਿਬ ਨੂੰ ਟਿਕਾਇਆ ਹੈ। ਤੇ ਨਾਲ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਹੱਥ ਵਿੱਚ ਚੌਰ ਲੈ ਕੇ ਨਾ ਤੇ ਕੋਲ ਬੈਠ ਕੇ ਨੇ ਨਿਕਟ ਅਸੀਨੇ ਸਤਿਗੁਰ ਆਪ। ਤੇ ਫਿਰ ਕੀ ਹੋਇਆ, ਵਾਰ ਭੋਗ ਕੋ ਸੁਣ ਮਨ ਲਾਈ। ਆਸਾ ਜੀ ਦੀ ਵਾਰ ਦਾ ਜਿਹੜਾ ਕੀਰਤਨ ਹੋ ਰਿਹਾ ਸੀ ਉਸ ਨੂੰ ਬੜੇ ਪਿਆਰ ਦੇ ਨਾਲ ਇੱਕ ਮਨ ਹੋ ਕੇ ਕੀਰਤਨ ਨੂੰ ਸ਼ਰਵਣ ਕੀਤਾ। ਤੇ ਕੀ ਹੋਇਆ, ਵਾਰ ਭੋਗ ਕੋ ਸੁਣ ਮਨ ਲਾਈ ਤਬ ਸਤਿਗੁਰੂ ਨੇ ਗਿਰਾ ਆਲਾਈ। ਗਿਰਾ ਦਾ ਭਾਵ ਹੈ ਬੋਲ, ਬਚਨ, ਬਾਣੀ। ਗੁਰੂ ਪਾਤਸ਼ਾਹ ਨੇ ਆਪਣੇ ਮੁਖਾਰ ਬਿੰਦ ਤੋਂ ਇਹ ਬਚਨ ਕੀਤਾ। ਕੀ ਬਚਨ ਕੀਤਾ, ਕਹਿਣ ਲੱਗੇ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਖੋ ਆਵਾਜ਼ ਸੁਣੇ ਸਭ ਪੰਥ। ਇਹ ਬਚਨ ਕਿੰਨਾ ਕੀਤਾ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ। ਕਹਿਣ ਲੱਗੇ ਬਾਬਾ ਜੀ ਹੁਣ ਕਰੋ ਬੀੜ ਸਾਹਿਬ ਦਾ ਪ੍ਰਕਾਸ਼। ਇਹ ਪਾਵਨ ਸਰੂਪ ਜਿਹੜਾ ਇਹਦਾ ਪ੍ਰਕਾਸ਼ ਕਰੋ। ਇਹ ਸੇਵਾ ਤੁਹਾਨੂੰ ਅੱਜ ਤੋਂ ਲਾ ਕੇ ਸੌਂਪੀ ਗਈ ਹੈ। ਤੁਸੀਂ ਇਸ ਸਥਾਨ ਦੇ ਗ੍ਰੰਥੀ ਹੋ ਔਰ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ। ਬੁੱਢਾ ਸਾਹਿਬ ਖੋਲੋ ਗ੍ਰੰਥ। ਖੋਲੋ ਦਾ ਭਾਵ ਹੈ ਪ੍ਰਕਾਸ਼ ਕਰੋ। ਲਿਖੋ ਆਵਾਜ਼। ਆਵਾਜ਼ ਦਾ ਪਾਉਂਦਾ ਆਵਾਜ਼ਾਂ। ਆਵਾਜ਼ਾਂ ਦਾ ਭਾਵ ਹੈ ਹੁਕਮਨਾਮਾ, ਜਿਹਨੂੰ ਆਪਾਂ ਫਰਮਾਨ ਵੀ ਕਹਿੰਦੇ ਹਾਂ, ਹੁਕਮਨਾਮਾ ਵੀ ਕਹਿੰਦੇ ਹਾਂ, ਮਹਾਵਾਕ ਵੀ ਕਹਿੰਦੇ ਹਾਂ। ਇਹ ਸਾਰੇ ਹੁਕਮਨਾਮੇ ਦੇ ਨਾਂ ਨੇ। ਲਿਓ ਆਵਾਜ਼ ਸੁਣੇ ਸਭ ਪੰਥ। ਬਾਬਾ ਜੀ ਪ੍ਰਕਾਸ਼ ਕਰਕੇ ਇਹ ਹੁਕਮਨਾਮਾ ਲਓ। ਜਦੋਂ ਇਹ ਬਚਨ ਕੀਤਾ ਤੇ ਬਾਬਾ ਬੁੱਢਾ ਜੀ ਨੇ ਬੜੇ ਪਿਆਰ ਵਿੱਚ ਆ ਕੇ, ਬੜੇ ਅਦਬ ਵਿੱਚ ਆ ਕੇ, ਐਨ ਭਿੱਜੇ ਹੋਏ ਮਨ ਦੇ ਨਾਲ ਡੰਡਾਉਤ ਕਰਦਿਆਂ 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 ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਈ ਹੈ ਸਭਨਾਂ ਦਾ ਵੇਸਾ। ਤੇ ਕੀ ਹੋਇਆ, ਅਦਬ ਸਹਿਤ ਗ੍ਰੰਥ ਜ ਖੋਲਾ ਲੈ ਆਵਾਜ਼ ਬੁੱਢਾ ਤਬ ਬੋਲਾ। ਬੜੇ ਅਦਬ ਦੇ ਨਾਲ ਜੋ ਕਿ ਉਹਨਾਂ ਨੇ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਗੁਰੂ ਪਿਆਰਿਓ, ਆ ਪਿਆਰ ਸਾਹਿਬ ਸਤਿਗੁਰਾਂ ਦੇ ਹੁਕਮਾਂ ਦੇ ਨਾਲ ਜਦੋਂ ਪ੍ਰਕਾਸ਼ ਕੀਤਾ ਗਿਆ, ਲੈ ਆਵਾਜ਼ ਬੁੱਢਾ ਤਬ ਬੋਲਾ। ਉਹਨਾਂ ਨੇ ਫਿਰ ਹੁਕਮਨਾਮਾ ਸੁਣਾਇਆ। ਕਿਹੜਾ ਸੀ, ਸੂਹੀ ਮਹੱਲਾ ਪੰਜਵਾਂ। ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ। ਇਹ ਪਾਵਨ ਪਵਿੱਤਰ ਬਚਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਬੀੜ ਸਾਹਿਬ ਦੇ ਪਹਿਲੇ ਪ੍ਰਕਾਸ਼ ਵਿੱਚੋਂ ਇਹ ਹੁਕਮਨਾਮਾ ਸੰਗਤਾਂ ਨੂੰ ਬਾਬਾ ਬੁੱਢਾ ਜੀ ਨੇ ਬੜੇ ਅਦਬ ਤੇ ਬੜੇ ਪਿਆਰ ਦੇ ਨਾਲ ਸਮਝਾਉਣਾ ਕੀਤਾ, ਜੋ ਕਿ ਸੁਣਾਉਣਾ ਕੀਤਾ। ਸੰਗਤਾਂ ਸੁਣੀਆਂ ਤੇ ਗਦਗਦ ਹੋ ਗਈਆਂ। ਹੁਕਮਨਾਮੇ ਤੋਂ ਬਾਅਦ ਕੁਝ ਸਿੱਖਾਂ ਨੇ ਤੇ ਜਾਂ ਬਾਬਾ ਬੁੱਢਾ ਜੀ ਨੇ ਵਿਚਾਰ ਕੀਤੀ, ਸਤਿਗੁਰੂ ਪ੍ਰਕਾਸ਼ ਹੋ ਗਿਆ, ਹੁਕਮਨਾਮਾ ਹੋ ਗਿਆ। ਹੁਣ ਅਗਲੀ ਮਰਿਆਦਾ ਕੀ ਹੈ, ਹੁਣ ਆਪਾਂ ਬੀੜ ਸਾਹਿਬ ਦਾ ਸੁਖਾਸਨ ਕਰ ਦਈਏ ਕਿ ਜਾਂ ਕੀ ਹੁਕਮ ਹੈ। ਸਾਹਿਬ ਕਹਿੰਦੇ ਨੇ ਪ੍ਰਕਾਸ਼ ਰਹੇਗਾ ਸਾਰਾ ਦਿਨ। ਸ਼ਾਮ ਨੂੰ ਦੀਵਾਨ ਦੀ ਸਮਾਪਤੀ ਤੋਂ ਬਾਅਦ ਸੁਖਾਸਨ ਕੀਤਾ ਜਾਏਗਾ। ਫਿਰ ਇਸ ਤੋਂ ਬਾਅਦ ਮਹਾਰਾਜ ਫਿਰ ਬੀੜ ਸਾਹਿਬ ਇੱਥੇ ਹਰਿਮੰਦਰ ਸਾਹਿਬ ਦੇ ਅੰਦਰ ਰਹੇਗੀ। ਕਹਿਣ ਲੱਗੇ ਨੇ ਜਿੱਥੇ ਅਕਾਲ ਤਖਤ ਬਣਿਆ ਨਾ, ਇੱਥੇ ਸਭ ਤੋਂ ਪਹਿਲਾਂ ਇੱਕ ਕੋਠਾ ਬਣਿਆ ਹੋਇਆ ਸੀ। ਉਹ ਕੋਠਾ ਜਿੱਥੇ ਰਹਿ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ
इस सरोवर की कार सेवा पूरी करवाई, इनू पक्या करवाया, हरमंदर साहब की सिरजना करवाई, ये सारे कार्य किए। तो शाम वेले गुरु पातशाह इत्थे इस कोठे में ही रात कट लेंदे सन, आराम कर लेंदे सन। तो उदों गुरु पातशाह नूं जदों पुछया गया फिर महाराज शाम नूं फिर इत्थे ही इस हरमंदर साहब के अंदर ही ये बीड़ साहब का स्वरूप रहेगा? साहब कहने लगे नहीं, यही कोठड़ी रहन हमारा, जिस कोठे में असीं रहिंदे हां रात नूं पहले जावो असवारा, कहते ने ये सवारी जड़ी है ना फिर उत्थे लै जाओ। कहते ने सिखां ने रल मिल के शाम के दीवान की समाप्ति तो बाद जदों कोठा साहिब च लै गए, जिस पलंग के उत्ते धन गुरु अर्जन देव पातशाह आप विराजमान होया करते सन, रात नूं नवीं विछाई उत्थे कीती गई और उहदे उत्ते ग्रंथ साहिब का पावन स्वरूप जिहड़ा रात टिकाया गया। और टिकाया गया तो साहिबां नूं पुछया महाराज तुहाडे वास्ते फिर पलंग नाल लाइए? साहिब कहंदे नहीं, वखरा पलंग लाने की लोड़ कोई नहीं। साहिब जी फिर आप विराजमान कित्थे होवोगे, महलों च जाओगे कि जां? साहिब कहंदे ने मैं इत्थे ही रहांगा। होया कि सतगुरां ने वो पलंग जिहदे उत्ते बीड़ साहिब अज रात टकाई गई है, उहदे थल्ले जमीन के उत्ते चादर विछा के ते सतगुर रात उत्थे कट्टी। आप जदों कि आप हरिमंदर साहिब के अंदरों जदों सवारी साहिब अकाल तख्त कोठा साहिब जाती है तो आप वेखदे हो अज भी सतगुरां दा पावन स्वरूप उस पलंग के उत्ते रखण तो बाद एक चादर चिट्टी थल्ले विछाई जाती है। वो इस गल का सबूत है कि सतगुरु पातशाह अज के दिन उन्होंने रात जिहड़ी कट्टी सी यह चादर के उत्ते लैके भाई लम्मे पै के कट्टी सी। ये अदब उन्होंने अपने वेले किया है। गुरुआं ने सानू गुरु ग्रंथ साहिब पातशाह का अदब करना दसिया, आप भली प्रकार जानते। धन गुरु हरराए पातशाह जी महाराज जिन्हों ने वेख्या कि बेटे ने राम राय ने बाणी की पंक्ति बदल दी है, मिट्टी मुसलमान की थां ते बेईमान कह दिता है और कह दिता जिन्हें ऐसा कर्म किया है वो साढ़े मत्थे ना लगे, जिधर वह मूँह है उधर चला जाए, साढ़े कोल आउण की लोड़ नहीं। तो गुरु प्यारे कादे वास्ते कि बाणी का अदब जिहड़ा है वो नहीं सहारिया और पुत्र का त्याग कर दिता है। जदों कि गुरु प्यारे हो सतगुरु शीश महल में आराम कर रहे हैं, दीवान की समाप्ति तो बाद लंगर पानी छक के जदों पहुँचे ने अपने शीश महलों में पलंग ते आराम करते पे ने, नींद आई है, थोड़ा समा लम्मे पे ने तो यकदम उठ बैठे। जदों यकदम उठ बैठे तो होया कि इन्नी काली की कि पावे दे उत्ते गोडे के उत्ते पावे नाल सट लग गई और खून भी वगन लग पिया। सेवादार जड़ा खड़ा सी भज के अगे होया, पातशाह की गल हो गई, इन्नी काली क्यों की? साहब कह लगे तू नहीं सुनिया? महाराज तुसीं कुछ कहा ही कोई नहीं। कहते नहीं, बाहर आवाज़ दे के सुनिया तो संगतां जड़ियां ने शब्द पढ़दियां आ रही ने। कहते महाराज कुछ संगतां शब्द पढ़दियां रहे? कहते हाँ बिल्कुल ठीक है कि ये आवाज़ सुन के असी पलंग ते किवें पै सकते हैं। इस करके बाणी का अदब करना, असी पलंग तो उठ बैठे हैं तां ही सट लग गई। तो मेरा कहण तो भाव है गुरुआं ने सानू गुरु ग्रंथ साहिब पातशाह का जो कि अदब करना सिखाया, ढंग तरीका दसिया। तो गुरु प्यारिओ सतगुरु पातशाह धन धन गुरु अर्जन देव जी महाराज जिन्हों ने अज के दिन ये महान कार्य किया है अपने समय के अंदर, और इस इतिहासक दिहाड़े की इस पवित्र दिहाड़े की दास वालों लख लख वधाई होवे। गुरु कृपा करन साढ़े मन अंदर बाणी प्रति प्रेम बने, बाणी नूं पढ़न का शौक पैदा होवे, बाणी नूं विचारन का शौक पैदा होवे। जिवें अज प्यार दे नाल बैठ के अज का इतिहास आपने श्रवण किया है, इदा गुरु की पवित्र कथा कहानियाँ सानू जड़ियाँ कि बड़े प्यार सहित आप पढ़नियाँ चाहिए ने, नहीं पढ़ सकते तो सुननियाँ चाहिए ने। अजो के समय के अंदर सोशल मीडिया के उत्ते जिथे कि आप देखते हो किताबां सानू दरबार इन्हां विच दुकानां तो मिल जांदियां ने पढ़न वास्ते। जे समा नहीं हैगा जां गुरमुखी भाषा नहीं आउंदी, जो कि हर एक सिख का फर्ज बनता है गुरमुखी सिखनी, पंजाबी सिखनी, उत्थे जो कि समय में होर सौख हो गई है। बहुत सारे गुरमुख प्यारे ने आडियो बुक्कां जड़ियां ने वो सोशल मीडिया उत्ते पातियां ने। भाव जे नहीं पढ़ना आंदा तो आप उन्हां किताबां नूं पढ़ सकते हैं। धर्म दीयां किताबां, इतिहास दीयां किताबां, बाणी दीयां किताबां आडियो जड़ियां तुहानूं मिल जाणगियां। तो गुरु प्यारिओ जतन करो, आप साखियां सुनो, अपने बच्चों को सुनाओ, इतिहास तो जानकारी दिओ। और ये सारा कार्य जड़ा है ये माँ प्यो का भी हिस्सा बनता है कि बच्चों को सिखाया जाए, क्योंकि पहले टीचर जड़े ने बच्चों के वो माँ प्यो ने।
ਉਹਨਾਂ ਨੂੰ ਆਪਣਾ ਫਰਜ਼ ਅਦਾ ਕਰਨਾ ਚਾਹੀਦਾ ਹੈ। ਦਾਸ ਹੁਣੇ ਹੀ ਅੱਜ 1 ਮਹੀਨਾ ਮੈਨੂੰ ਹੋਇਆ ਹੈ ਕੈਨੇਡਾ ਤੇ ਯੂਕੇ ਤੋਂ ਵਾਪਸ ਆਇਆ, ਔਰ ਇਹ ਪਹਿਲੀ ਹਾਜ਼ਰੀ ਅੱਜ ਤੁਹਾਡੇ ਨਾਲ ਭਰ ਰਿਹਾ ਵਾਂ। ਮੈਂ ਉੱਥੇ ਵੇਖਿਆ ਗੁਰਦੁਆਰਿਆਂ ਵਿੱਚ ਪਰਿਵਾਰ ਆਪਣੇ ਬੱਚਿਆਂ ਨੂੰ ਹਫ਼ਤੇ 'ਚ 2-2 ਦਿਨ ਜਿਹੜੇ ਨੇ ਉਹ ਗੁਰੂ ਘਰਾਂ ਵਿੱਚ ਕਲਾਸਾਂ ਲੱਗਦੀਆਂ ਨੇ, ਔਰ ਲੈ ਕੇ ਆਉਂਦੇ ਨੇ, ਫਿਰ ਛੱਡ ਕੇ ਜਾਂਦੇ ਨੇ, ਫਿਰ ਲੈ ਕੇ ਜਾਂਦੇ ਨੇ। ਇਹਨੇ ਆਪਣੇ ਬੱਚਿਆਂ ਨੂੰ ਉਹ ਇਸ ਪਾਸੇ ਉਹਨਾਂ ਨੇ ਪਾਇਆ ਹੋਇਆ। ਤੇ ਜੇ ਵਿਦੇਸ਼ਾਂ ਵਿੱਚ ਰਹਿੰਦੇ ਐਸੇ ਲੋਕ ਜਿਹੜੇ ਸੇਵਾ ਕਰ ਰਹੇ ਨੇ, ਤੇ ਸਹੀ ਤੇ ਖੁਦ ਆਪਣੇ ਭਾਈ ਦੇਸ਼ ਵਿੱਚ ਰਹਿੰਦੇ ਆ, ਸਾਡੇ ਮਨ ਅੰਦਰ ਕਿੰਨਾ ਕੁ ਪਿਆਰ ਹੋਣਾ ਚਾਹੀਦਾ ਹੈ, ਇੰਨੀ ਕੁ ਸਾਡੇ 'ਚ ਖਿੱਚ ਹੋਣੀ ਚਾਹੀਦੀ ਹੈ, ਕਿੰਨਾ ਲਗਾਓ ਹੋਣਾ ਚਾਹੀਦਾ ਹੈ, ਇਹ ਆਪ ਵਿਚਾਰ ਕਰ ਲੈਣੀ ਚਾਹੀਦੀ। ਅੱਜ ਇਹਨੇ ਬਚਨ ਪ੍ਰਵਾਨ ਕਰ ਲੈਣੇ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸਮੁੱਚੀ ਸਾਧ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰੂ ਸਾਹਿਬ ਦੇ ਹੜ ਗ੍ਰੰਥੀ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਅਤੇ ਭਾਈ ਬਗੇਲ ਸਿੰਘ ਜੀ ਔਰ ਗੁਰਮੁਖ ਪਿਆਰੇ ਸਭ ਦਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਦਰਸ਼ਨ ਕਰਵਾਏ ਨੇ ਸੰਗਤਾਂ ਦੇ। ਗੁਰੂ ਕਿਰਪਾ ਕਰਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਆ ਫਤਿਹ ਦੀ ਸਾਂਝ ਪਾਈਏ, ਕੋਈ ਰਸਨਾ ਮਾਂਝੀ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।